ਵਿਜ਼ਨ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਹੈਲਥ ਲਾਈਨ ਵਿੱਚ ਅੱਜ ਸਾਡੇ ਨਾਲ ਮਹਿਮਾਨ ਨੇ ਡਾਕਟਰ ਇੰਦਰਜੀਤ ਕੌਰ, ਜਿਹੜੇ ਕਿ ਆਯੁਰਵੇਦਾ ਦੇ ਵਿੱਚ 25 ਇਅਰਸ ਤੋਂ ਪ੍ਰੈਕਟਿਸ ਕਰ ਰਹੇ ਆ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਿਜ਼ਨ ਪੰਜਾਬ ਟੀਵੀ ਤੇ। ਥੈਂਕ ਯੂ ਵੈਰੀ ਮਚ। ਸਭ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਬਹੁਤ ਕੁਝ ਅਜਿਹਾ ਯੂਜ਼ ਕਰਦੇ ਹਾਂ ਕਿ ਸਾਨੂੰ ਨਹੀਂ ਪਤਾ ਕਿ ਉਹ ਕਿੰਨਾ ਸਾਡੇ ਲਈ ਹਾਰਮਫੁਲ ਹੈ। ਰੇਡੀਏਸ਼ਨਸ ਇੱਕ ਹਿਊਮਨ ਬੋਡੀ ਨੂੰ ਕਿਸ ਤਰੀਕੇ ਨਾਲ ਇਫੈਕਟ ਕਰਦੀ ਹੈ, ਸੋ ਅੱਜ ਮੈਮ ਦੇ ਨਾਲ ਉਸ ਬਾਰੇ ਗੱਲ ਕਰਾਂਗੇ। ਮੈਮ ਸਭ ਤੋਂ ਪਹਿਲਾਂ ਤਾਂ ਸਾਡੀ ਬਹੁਤ ਸਾਰੀ ਆਡੀਅנס ਨੂੰ ਇਹ ਨਹੀਂ ਪਤਾ ਹੋਏਗਾ ਕਿ ਰੇਡੀਏਸ਼ਨਸ ਕੀ ਚੀਜ਼ ਹੈ ਤੇ ਕਿਸ ਤਰੀਕੇ ਨਾਲ ਇਫੈਕਟ ਕਰਦੀ ਹੈ। ਸੋ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਰੇਡੀਏਸ਼ਨ ਜਿਹੜੀ ਆ ਉਹ ਹਿਊਮਨ ਬੋਡੀ ਨੂੰ ਇਫੈਕਟ ਕਰਦੀ ਹੈ? ਇੱਥੇ ਮੈਂ ਸਭ ਤੋਂ ਪਹਿਲੇ ਤਾਂ ਇਹ ਕਹਾਂਗੀ ਕਿ ਹਰ ਚੀਜ਼ ਕੁਛ ਨਾ ਕੁਛ ਐਮਿਟ ਕਰਦੀ ਹੈ ਨਾ। ਇਵਨ ਸਨ ਰੇਜ਼ ਜਿੰਨੇ ਵੀ ਸਾਰੇ ਪਲੈਨਟਸ ਹੈ, ਔਰ ਬਾਕੀ ਹੁਣ ਅੱਜ ਦੀ ਡੇਟ 'ਚ ਅਗਰ ਦੇਖਿਆ ਜਾਏ ਤਾਂ ਮੈਨ ਮੇਡ ਪੋਲਿਊਸ਼ਨ ਬਹੁਤ ਜ਼ਿਆਦਾ ਹੈ ਨਾ। ਤਾਂ ਸਾਡੇ ਲੈਪਟਾਪਸ ਸਭ ਤੋਂ ਜ਼ਿਆਦਾ ਜੋ ਹੱਥ 'ਚ ਮੋਬਾਈਲ ਫੜੇ ਹੋਏ ਹਾਂ ਅਸੀਂ, ਸਾਡੇ ਘਰ 'ਚ ਮਾਈਕ੍ਰੋਵੇਵ, ਰੈਫਰੀਜਰੇਟਰ, A ਤੋਂ ਲੈ ਕੇ Z ਤੱਕ ਕੋਈ ਵੀ ਚੀਜ਼ ਜਿਹੜੀ ਅਸੀਂ ਯੂਜ਼ ਕਰ ਰਹੇ ਹਾਂ ਉਹ ਸਾਡੀ ਮਤਲਬ ਸਾਡੀ ਬੋਡੀ ਦੇ ਉੱਪਰ ਇਫੈਕਟ ਕਰਦੀ ਹੈ। ਕਿਉਂਕਿ ਹਰ ਚੀਜ਼ ਹੈ ਜਦੋਂ ਅਸੀਂ ਚੱਲਦੇ ਹਾਂ ਤਾਂ ਅਸੀਂ ਬਾਈ ਪ੍ਰੋਡਕਟ ਕੋਈ ਨਾ ਕੋਈ ਚੀਜ਼ ਰਿਲੀਜ਼ ਕਰਦੇ ਹਾਂ, ਹੈ ਨਾ। ਤਾਂ ਉਹ ਰਿਲੀਜ਼ ਕੀ ਹੈ, ਇਹਦੇ 'ਚੋਂ ਰੇਡੀਏਸ਼ਨਸ ਐਮਿਟ ਹੁੰਦੀਆਂ ਜਿਹੜੀਆਂ ਸਾਡੀ ਬੋਡੀ ਦੇ ਉੱਪਰ, ਕਿਉਂਕਿ एनवायरनमेंट 'ਚ ਆ ਰਹੀਆਂ ਔਰ ਅਸੀਂ एनवायरनमेंट ਦਾ ਇੱਕ ਹਿੱਸਾ ਹੈ, ਤਾਂ ਹਰ ਚੀਜ਼ ਇਫੈਕਟ ਕਰਦੀ ਹੈ। ਔਰ ਕੋਈ ਵੀ ਚੀਜ਼ ਜਿਹੜੀ ਕੋਈ ਵੀ ਕੰਮ ਕਰੇਗੀ, ਈਵਨ ਜਿਹੜੀਆਂ ਇਹਦੇ 'ਚੋਂ ਰੇਡੀਏਸ਼ਨਸ ਨਿਕਲਦੀਆਂ ਹੈ, ਹਰ ਚੀਜ਼ ਇੱਕ ਟਰਾਂਸਫਰ ਇੱਕ ਚੱਲਦੀ ਹੈ। ਜਦੋਂ ਅਸੀਂ ਚੱਲਦੇ ਹਾਂ ਤਾਂ ਵੀ ਗੋ ਰੇਡੀਏਸ਼ਨ ਫਾਰਮ 'ਚ, ਉਹਦੇ 'ਚ ਅਸੀਂ ਕਹਾਂਗੇ ਕਿ ਔਸੀਲੇਸ਼ਨ ਹੈ ਕਿ ਮੂਵਮੈਂਟ ਹੁੰਦੀ ਹੈ। ਹਰ ਚੀਜ਼ ਮੂਵਮੈਂਟ ਕਰਦੀ ਹੈ, ਕੰਮ ਕਰਦੀ ਹੈ। ਕੋਈ ਵੀ ਚੀਜ਼ ਹੈ ਮੂਵਮੈਂਟ ਕਰੇਗੀ, ਔਰ ਫਿਰ ਜਦੋਂ ਅਸੀਂ ਮੂਵਮੈਂਟ ਕਰਦੇ ਹਾਂ ਜਾਂ ਅਸੀਂ ਕੋਈ ਵੀ ਕੰਮ ਕਰਦੇ ਹਾਂ ਤਾਂ ਉਹਦੀ ਪ੍ਰੋਡਕਟਿਵਿਟੀ ਜ਼ਰੂਰ ਨਿਕਲਦੀ ਹੈ, ਮਤਲਬ એનર્ਜੀ ਫਾਰਮ ਹੁੰਦੀ ਹੈ। ਔਰ ਉਹ એનર્ਜੀ ਅਗਰ ਅਸੀਂ ਮੋਬਾਈਲ ਰੇਡੀਏਸ਼ਨ ਔਰ ਆਪਣੀ ਕੋਈ ਵੀ ਇਲੈਕਟ੍ਰੋਮੈਗਨੈਟਿਕ ਅਸੀਂ ਲੈ ਲਈਏ ਡਿਵਾਈਸਿਸ, ਹਰ ਚੀਜ਼ 'ਚੋਂ ਇਹ ਜਿਹੜੀਆਂ ਰੇਡੀਏਸ਼ਨਸ ਹੈ, ਤੁਸੀਂ ਦੇਖੋਗੇ ਕਿ ਜਿਹੜਾ ਤੁਹਾਡਾ ਸੋਰਸ ਹੁੰਦਾ, ਤੁਸੀਂ ਪਿੱਛੇ ਹੱਥ ਅਗਰ ਰੱਖੋਗੇ ਆਪਣੇ ਲੈਪਟਾਪ 'ਤੇ ਵੀ ਤੁਹਾਨੂੰ ਉਹਦੇ 'ਚੋਂ ਹੀਟ ਨਿਕਲਦੀ ਫੀਲ ਹੁੰਦੀ ਹੈ। ਉਸੇ ਤਰ੍ਹਾਂ ਮੋਬਾਈਲ ਨੂੰ ਤੁਸੀਂ ਥੋੜ੍ਹੀ ਦੇਰ ਚਾਰਜ ਕਰੋਗੇ, ਤੁਸੀਂ ਉਹਨੂੰ ਹੱਥ 'ਚ ਫੜੋਗੇ, ਤੁਹਾਨੂੰ ਇੱਕ ਹੀਟ ਫੀਲ ਹੁੰਦੀ ਹੈ। ਤਾਂ ਉਹ ਹੀਟ ਕੀ ਹੈ? ਉਹ ਹੀਟ ਹੈ ਕਿ ਉਹ ਜਿਹੜਾ ਕੰਮ ਕਰ ਰਿਹਾ ਹੈ, ਉਹ ਕੰਮ ਦੀ ਜੋ ਬਾਏ ਪ੍ਰੋਡਕਟ ਹੈ, ਦੈਟ ਇਜ਼ ਦਾ ਹੀਟ। ਔਰ ਉਸੇ ਹਿਸਾਬ ਨਾਲ ਜਿਹੜੀਆਂ ਰੇਡੀਏਸ਼ਨ ਉਹ ਸਿੱਧਾ ਤਾਂ ਚੱਲਦਾ ਨਹੀਂ ਹੈ, ਇਹ ਸਾਰੀ ਰੈਜ਼ੋਨੈਂਸ ਹੁੰਦੀ ਹੈ ਨਾ, ਕਿ ਅਸੀਂ ਉਹਨੂੰ ਕਿਸ ਫ੍ਰੀਕੁਐਂਸੀ 'ਤੇ ਅਸੀਂ ਉਹਦੇ 'ਚ ਰੇਡੀਏਸ਼ਨਸ ਨਿਕਲ ਰਹੀਆਂ। ਜਿਹੜਾ ਅਸੀਂ ਜੋ ਕਾਲ ਕਰਦੇ ਹਾਂ, ਉਹ ਕਾਲ ਕਿੱਥੇ ਜਾ ਕੇ USA ਜਾ ਕੇ ਕਨੈਕਟ ਹੋ ਰਹੀ ਹੈ ਜਾਂ ਜਿੱਥੇ ਜਾ ਕੇ ਵੀ ਕਨੈਕਟ ਹੋ ਰਹੀ ਹੈ, ਤਾਂ ਉਹ ਕਿਸੇ ਨਾ ਕਿਸੇ ਪਰਟੀਕੁਲਰ ਫ੍ਰੀਕੁਐਂਸੀਜ਼ 'ਤੇ ਸਾਰੀਆਂ ਚੀਜ਼ਾਂ ਕੰਮ ਕਰਦੀਆਂ ਔਰ ਇਸੇ ਹਿਸਾਬ ਨਾਲ ਹੀ ਕਨੈਕਟ ਹੁੰਦੀਆਂ। तो एवरीथिंग वॉक्स, मतलब ਉਹਨੂੰ सोच सकते हैं कि मूवमेंट हो रही है और मूवमेंट ਦੇ ਨਾਲ ਹੀਟ ਪ੍ਰੋਡਿਊਸ ਹੁੰਦੀ ਹੈ, ਜਿਹੜੀ ਜਦੋਂ ਅਸੀਂ ਮੈਂ ਅਗਰ ਹੱਥ 'ਚ ਮੋਬਾਈਲ ਫੜਿਆ ਹੋਇਆ ਤਾਂ ਮੇਰੇ ਹੱਥ 'ਚ ਹੀਟ ਜਿਹੜੀ ਉਹ ਪ੍ਰੋਡਿਊਸ ਹੋ ਰਹੀ ਹੈ, ਉਹ ਹੱਥ 'ਚ ਮੇਰੀ ਐਬਜ਼ੌਰਬ ਹੁੰਦੀ ਹੈ, ਤੇ ਉਹ ਪੂਰੀ ਬਾਡੀ ਨੂੰ ਵੀ ਇਫੈਕਟ ਕਰੇਗੀ। ਉਹ ਪੂਰੀ ਬਾਡੀ ਨੂੰ ਇਫੈਕਟ ਹੁੰਦੀ ਹੈ। ਔਰ ਇੱਥੇ ਕਿਸ ਤਰ੍ਹਾਂ ਇਫੈਕਟ ਹੁੰਦੀ ਹੈ ਕਿ ਮੇਰੇ ਇੱਕ ਹੱਥ 'ਚ ਫੜਿਆ ਹੋਇਆ ਜੀ, ਔਰ ਈਅਰ ਆਈਜ਼ ਤੋਂ ਮੈਂ ਪੜ੍ਹ ਰਹੀ ਹਾਂ, ਕੋਈ ਮੈਸੇਜ ਆ ਰਿਹਾ, ਤਾਂ ਜਿਹੜੇ ਆਰਗਨਸ ਮੇਰੇ ਇਹਦੇ ਨਾਲ ਰਿਲੇਟ ਹੁੰਦੇ ਆ, ਮੈਂ ਹੱਥਾਂ ਦੇ ਨਾਲ ਲੈਪਟਾਪ 'ਤੇ ਟਾਈਪ ਕਰ ਰਹੀ ਹਾਂ, ਮੈਂ ਆਈਜ਼ ਯੂਜ਼ ਕਰ ਰਹੀ ਹਾਂ, ਤਾਂ ਉਹ ਕੀ ਹੁੰਦਾ ਕਿ ਉਹ ਜਿਹੜੀਆਂ ਉਹਦੇ 'ਚੋਂ ਐਮਿਟ ਹੋ ਰਹੀਆਂ ਰੇਡੀਏਸ਼ਨ, ਜੋ ਮੈਂ ਰੀਡ ਕਰ ਰਹੀ ਹਾਂ, ਜਿਸ ਤਰ੍ਹਾਂ ਸਾਹਮਣੇ ਕੰਪਿਊਟਰ ਪਿਆ, ਮੈਂ ਉਹਨੂੰ ਰੀਡ ਕਰ ਰਹੀ ਹਾਂ, ਤਾਂ ਰੀਡ ਕਰਨ ਦੇ ਨਾਲ ਉਹ ਮੇਰੇ ਦਿਮਾਗ ਦੇ ਉੱਪਰ ਆ ਕੇ ਇਮੇਜ ਜੋ ਬਣਦੀ ਹੈ, ਜਿਨ੍ਹਾਂ ਨੇ ਵੀ ਸਾਇੰਸ ਪੜ੍ਹੀ ਹੈ ਉਹ ਬਹੁਤ ਅੱਛੇ ਤਰੀਕੇ ਨਾਲ ਉਹਨੂੰ ਸਮਝ ਸਕਦੇ ਆ। ਉਹ ਇਮੇਜ ਜਿਹੜੀ ਬਣੇਗੀ ਉਹ ਕਿਸ ਤਰ੍ਹਾਂ ਟਰੈਵਲ ਹੋ ਕੇ ਮੇਰੇ ਦਿਮਾਗ 'ਤੇ ਆਉਂਦੀ ਹੈ। ਤਾਂ ਦਿਸ ਇਜ਼ ਮਾਈ ਫੋਰਹੈਡ, ਔਰ ਇਸੀ ਦੀ ਬੈਕ ਸਾਈਡ 'ਤੇ ਮਾਈ ਪੀਨੀਅਲ ਗਲੈਂਡ ਐਂਡ ਮੇਰੀ ਪਿਚੂਟਰੀ ਗਲੈਂਡ, ਜਿੰਨੀਆਂ ਵੀ ਮੇਰੀਆਂ ਗਲੈਂਡਸ ਹੈ, ਦੇ ਆਰ ਆਲ ਇਫੈਕਟਡ। ਔਰ ਜਿੰਨੀ ਮੇਰੀ ਇਹਦੀ ਡਿਸਟੈਂਸ ਘੱਟ ਹੋਏਗਾ, ਜਿੰਨਾ ਮੇਰਾ ਡਿਸਟੈਂਸ ਘੱਟ ਹੋਏਗਾ, ਉਹਨਾਂ ਮੈਨੂੰ ਉਹ ਜ਼ਿਆਦਾ ਇਫੈਕਟ ਕਰੇਗੀ। ਐਂਡ ਇਹ ਡਿਪੈਂਡ ਕਰਦਾ ਕਿ ਮੇਰੀ ਡਿਊਰੇਸ਼ਨ ਕਿੰਨੀ ਹੁੰਦੀ ਹੈ। ਮੈਂ ਉਹਨੂੰ ਅੱਧਾ ਘੰਟਾ ਯੂਜ਼ ਕਰ ਰਹੀ ਹਾਂ ਤਾਂ ਅੱਧਾ ਘੰਟਾ ਮੈਂ ਉਹਦੇ ਕੰਟੈਕਟ 'ਚ ਹੈਗੀ ਹਾਂ, ਮੈਂ ਉਹਨੂੰ ਪੌਣਾ ਘੰਟਾ, 1 ਘੰਟਾ, ਜਾਂ ਜੋ ਅੱਜ ਕੱਲ੍ਹ ਦੇਖ ਲਓ ਕਿ ਤੁਸੀਂ 8 ਘੰਟੇ ਤੁਹਾਨੂੰ ਲਗਾਤਾਰ ਕੰਪਿਊਟਰ ਦੇ ਅੱਗੇ ਬੈਠਣਾ ਪੈਂਦਾ, ਸਿਸਟਮ ਦੇ ਅੱਗੇ ਬੈਠਣਾ ਪੈਂਦਾ, ਤਾਂ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਕਿੰਨਾ ਐਕਸਪੋਜ਼ਰ ਹੈ ਜੀ, ਹੈ ਨਾ। ਤਾਂ ਉਨੀ ਦੇਰ ਇੱਥੇ ਆ ਜਾਂਦਾ ਹੈ ਕਿ ਫਿਰ ਜਿਹੜਾ ਅਗਲਾ ਕੁਐਸਚਨ ਹੈ ਕਿ ਵੀ ਮੇਰੀ ਬੋਡੀ 'ਚ ਕਿਸ ਤਰ੍ਹਾਂ ਚਲੀਆਂ ਜਾਂਦੀਆਂ ਹੈ ਨਾ, ਵੀ ਆਈਆਂ ਟਕਰਾਈਆਂ ਤਾਂ ਵਾਪਸ ਹੋ ਜਾਂਦੀਆਂ। ਨਹੀਂ, ਇੱਦਾਂ ਨਹੀਂ ਹੁੰਦਾ। ਇਹ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਕਿ ਰੇਡੀਏਸ਼ਨਸ ਆਉਂਦੀਆਂ, ਤਾਂ ਮੇਰੀ ਬੋਡੀ, ਮੈਂ ਸਾਹ ਲੈ ਰਹੀ ਹਾਂ, ਮੇਰੀ ਬੋਡੀ ਆਪਣਾ ਕੰਮ ਕਰ ਰਹੀ ਹੈ,
मैं सोच रही हाँ, मेरा दिमाग अपना काम कर रहा जी। ठीक है, मैं बोल रही हाँ, मेरी ਜ਼ੁਬਾਨ ਕੰਮ ਕਰ ਰਹੀ ਹੈ, ਮੈਂ ਖਾਣਾ ਖਾਇਆ, ਮੇਰੀ ਖਾਣਾ ਖਾਣ ਦੇ ਵਿੱਚ ਵੀ ਮੈਂ ਉਹਦੇ 'ਚ ਕੀ ਡਾਈਟ ਲਈ ਹੈ, ਮੈਂ ਉਹਦੇ 'ਚ ਕਾਰਬੋਹਾਈਡਰੇਟਸ ਲਏ ਆ, ਮੈਂ ਉਹਦੇ 'ਚ ਲਿਪਿਡਸ ਲਏ ਆ, ਜਾਂ ਮੈਂ ਕੁਝ ਵੀ ਚੀਜ਼ ਲਈ ਹੈ। ਹਰ ਇੱਕ ਜੋ ਵੀ ਫੂਡ ਆਈਟਮ ਅਸੀਂ ਲੈਂਦੇ ਆ ਉਹਦੀ ਆਪਣੀ ਕੈਮੀਕਲ ਕੰਪੋਜੀਸ਼ਨ ਹੁੰਦੀ ਆ। ਉਹਨੂੰ ਕੈਮੀਕਲ ਕੰਪੋਜੀਸ਼ਨ ਨੂੰ ਡਾਈਜੈਸ਼ਨ ਦੇ ਜੂਸਿਸ ਹੈ, ਜਿਹੜੀ ਸਾਰੀਆਂ ਚੀਜ਼ਾਂ ਹੈ, ਬ੍ਰੇਨ ਦੇ ਜੂਸਿਸ ਹੈ, ਬ੍ਰੇਨ ਤੋਂ ਐਂਜ਼ਾਈਮ ਜੋ ਨਿਕਲਦੇ ਹੈ, ਤਾਂ ਉਹ ਸਾਰੇ ਜਦੋਂ ਡਾਈਜੈਸ਼ਨ ਹੁੰਦੀ ਹੈ ਜਾਂ ਕੋਈ ਮੈਂ ਸੋਚਦੀ ਹਾਂ ਹਰ ਚੀਜ਼ 'ਚ ਸੋਚੋ ਕਿ ਮੇਰੀ ਬਾਡੀ ਵੀ ਇੱਕ ਤਰ੍ਹਾਂ ਦਾ ਇੱਕ ਕੈਮੀਕਲ ਹੈ, ਕੈਮੀਕਲ ਰਿਲੀਜ਼ ਹੁੰਦੇ ਆ ਔਰ ਉਹ ਛੋਟੇ ਛੋਟੇ ਪਾਰਟੀਕਲਸ ਬਣਦੇ ਆ ਔਰ ਮੇਰੀ ਬਾਡੀ 'ਚ ਇੱਕ ਮੂਵਮੈਂਟ ਜਿਹੜੀ ਚੱਲਦੀ ਰਹਿੰਦੀ ਹੈ। ਇਹ ਐਪਰੈਂਟ ਕਿੱਥੋਂ ਹੁੰਦੀ ਆ? ਅਗਰ ਤੁਸੀਂ ਆਪਣੇ ਬ੍ਰੇਨ ਦੀ EEG ਅਸੀਂ ਕਰਵਾਉਂਦੇ ਆ ਤਾਂ ਉਹਦੇ 'ਚ ਵੀ ਉਹੀ ਵਾਈਬ੍ਰੇਸ਼ਨਸ ਆਉਂਦੀਆਂ ਜਿਹੜੀਆਂ ਅਸੀਂ ਰੇਡੀਏਸ਼ਨਸ ਦੀਆਂ ਦੇਖਦੇ ਹਾਂ। ਤਾਂ ਇਹ ਅਸੀਂ ਰਿਕਾਰਡ ਕਰ ਸਕਦੇ ਹਾਂ ਕਿ ਅਸੀਂ ਉਹਦੇ 'ਚ ਦੇਖਦੇ ਹਾਂ ਵੀ ਇਹ ਕਿੰਨੀਆਂ ਫਾਸਟ ਚੱਲ ਰਹੀ ਹੈ, ਮੇਰਾ ਦਿਮਾਗ ਕਿੰਨਾ ਤੇਜ਼ ਚੱਲ ਰਿਹਾ ਹੈ ਨਾ। ਔਰ ਉਸ ਤੋਂ ਬਾਅਦ ਹੈ ਕਿ ਮੇਰੇ ਹਾਰਟ ਦੀ ECG ਕਰ ਸਕਦੇ ਹਾਂ। ਇਟ ਮੀਨਸ ਕਿ ਮੇਰੀ ਬਾਡੀ 'ਚ ਆਲਰੇਡੀ ਇਲੈਕਟ੍ਰਿਕ ਕਰੰਟ बन रहे हैं, सोच रहे हैं, न्यूरोट्रांसमीटर्स जिन्हां दी असी गल कर रहे हैं, तो दे आर ऑलरेडी इन मेरी बॉडी। और जदों ये चीज़ां आंदियां हैं हौली हौली एब्जॉर्व होनियां शुरू होंदियां, तो ये मेरे अपने जो परसिस्ट कर रहे हैं मेरे एक्शन मेरी बॉडी च जो जिन्ने भी सारे मेरे सिस्टम जिहड़ा चल रहा उहदे च जदों इंटरमिंगल होना शुरू हो जाते हैं तो ये मेरी बॉडी नूं होर इफेक्ट करना शुरू हो जाते हैं, है ना जी। ਬਿਲਕੁਲ ਮੈਮ, ਅੱਜ ਦੀ ਡੇਟ ਵਿੱਚ ਅਸੀਂ ਪਹਿਲਾਂ ਤਾਂ ਇਸ 'ਤੇ ਵੀ ਆਵਾਂਗੇ ਕਿ ਬਹੁਤ ਔਖਾ ਹੈ ਜੇ ਅਸੀਂ ਸੋਚੀਏ ਕਿਸੇ ਲੈਪਟਾਪ ਤੋਂ ਬਿਨਾਂ, ਅਸੀਂ ਫੋਨ ਤੋਂ ਬਿਨਾਂ ਜਾਂ ਅਸੀਂ TV ਤੋਂ ਬਿਨਾਂ ਅਸੀਂ ਜ਼ਿੰਦਗੀ ਨਹੀਂ ਸੋਚ ਸਕਦੇ, ਕਿਉਂਕਿ ਅੱਜ ਹਰ ਚੀਜ਼ ਸਾਡੀ ਲੈਪਟਾਪ ਨਾਲ ਹੈ, ਫੋਨ ਦੇ ਨਾਲ ਹੈ, ਸਾਡੀ ਵਰਕਿੰਗ ਜਿਹੜੀ ਹੈ ਇਸ ਦੇ ਨਾਲ ਹੈਗੀ ਆ। ਸੋ ਇਸ ਚੀਜ਼ ਨੂੰ ਅਸੀਂ ਬਿਲਕੁਲ ਵੀ ਅਵੋਇਡ ਨਹੀਂ ਕਰ ਸਕਦੇ। ਸੋ ਅਸੀਂ ਇਹ ਚੀਜ਼ਾਂ ਸਾਡੇ 'ਤੇ ਘੱਟ ਅਸਰ ਕਰਨ, ਇਸ ਨੂੰ ਅਸੀਂ ਕਿਵੇਂ ਬਚਾ ਕੇ ਰੱਖ ਸਕਦੇ ਹਾਂ? ਪੋਇਜ਼ਨ ਇਜ਼ ਪੋਇਜ਼ਨ, ਰਾਈਟ, ਬਟ ਅਸੀਂ ਉਹਦੀ ਜਿਹੜੀ ਹੈਗੀ ਕਿ ਉਹਦੀ ਡੋਜ਼ ਥੋੜੀ ਘੱਟ ਕਰ ਸਕਦੇ ਹਾਂ ਕਿ ਉਹ ਤੁਹਾਨੂੰ ਥੋੜਾ ਜ਼ਿਆਦਾ ਲੰਬਾ ਟਾਈਮ ਦੇ ਦੇ, ਹੈ ਨਾ। ਇਸ ਪੋਇਜ਼ਨ ਇਹਦੇ 'ਚ ਨੋ ਡਾਊਟ ਇਨ ਦੈਟ, ਕਿਉਂਕਿ ਇਹ ਹਮੇਸ਼ਾ ਮੈਂ ਅਗਰ ਕੋਈ ਇਹ ਕਹਿੰਦਾ ਕਿ ਮੈਂ ਲੈਪਟਾਪ ਨਹੀਂ ਵੀ ਫੜ ਰਿਹਾ ਜਾਂ ਮੇਰੇ ਕੋਲ ਮੋਬਾਈਲ ਨਹੀਂ ਵੀ ਹੈ, ਈਵਨ ਦੈਨ ਵੀ ਆਰ ਸਰਾਊਂਡਡ ਬਾय ਇਲੈਕਟ੍ਰੋਮੈਗਨੈਟਿਕ ਪੋਲਿਊਸ਼ਨ, ਕਿਉਂਕਿ ਪਹਿਲੇ 3G ਆਇਆ, ਫਿਰ 4G ਆਇਆ, ਸਾਨੂੰ ਸਪੀਡ ਜ਼ਿਆਦਾ ਚਾਹੀਦੀ ਹੈ। ਲੋਕਾਂ ਨੂੰ ਇਹ ਨਹੀਂ ਸਮਝ ਆਉਂਦਾ ਕਿ ਸਪੀਡ ਜਿੰਨੀ ਜ਼ਿਆਦਾ ਹੋਏਗੀ ਉਹ ਟਰੈਵਲ ਕਿੱਥੇ ਕਰਕੇ ਆਏਗੀ, ਉਹ ਟਰੈਵਲ ਕਿੱਥੇ ਕਰਨੀ ਹੈ। ਇਹ ਸਵਾਲ ਹੁਣ ਇਸ ਵੇਲੇ ਬਹੁਤ ਵੱਡਾ ਸਵਾਲ ਬਣਿਆ ਹੋਇਆ। ਤੁਸੀਂ 3G 4G 5G ਦੀ ਗੱਲ ਕੀਤੀ ਹੈ, ਹੁਣ 5G ਦੀ ਟੈਸਟਿੰਗ ਨੂੰ ਲੈ ਕੇ ਬਹੁਤ ਸਾਰੇ ਪ੍ਰੋਟੈਸਟ ਹੋ ਰਹੇ ਆ, ਇੱਥੇ ਵੀ ਆਪਣੇ ਦੇਸ਼ ਵਿੱਚ ਵੀ ਹੋ ਰਿਹਾ, ਵਿਦੇਸ਼ਾਂ ਵਿੱਚ ਵੀ ਹੋ ਰਿਹਾ, ਤੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਕਿ ਨਹੀਂ ਇਹ ਗਲਤ ਅਫਵਾਹਾਂ ਨੇ। ਸੋ ਇਸ ਤੇ ਜ਼ਰੂਰ ਦੱਸੋ, ਮੈਨੂੰ ਲੱਗਦਾ ਕਿ ਇਹ ਇਸ ਵੇਲੇ ਇਸ ਸਮੇਂ ਦਾ ਮੁੱਦਾ ਹੈ। ਸੋ ਕੀ ਵਾਕਈ ਇਹ ਬਹੁਤ ਜ਼ਿਆਦਾ ਇਫੈਕਟਿਵ ਹੈ ਹਿਊਮਨ ਬੋਡੀ ਲਈ ਜੇ 5G ਦੀ ਟੈਸਟਿੰਗ ਜਿਹੜੀ ਹੈ? ਦੇਖੋ, ਮੈਂ ਹਮੇਸ਼ਾ ਕਹਿੰਦੀ ਹਾਂ ਕਿ ਅਸੀਂ ਪਹਿਲੇ ਕੀ ਕੀਤਾ ਹੈ, ਅਸੀਂ ਅਗਰ 5 ਐਲੀਮੈਂਟਸ ਦੀ ਗੱਲ ਕਰੀਏ, ਹਮੇਸ਼ਾ ਅਸੀਂ ਮਤਲਬ ਸੁਣਦੇ ਵੱਡੇ ਹੋਏ ਹਾਂ, 5 ਤੱਤਵ ਤੋਂ ਬਣੇ ਆ, 5 ਤੱਤਵ ਵਿੱਚ ਵਿਲੀਨ ਹੋ ਜਾਣਾ, ਬਟ ਉਹ 5 ਤੱਤਵ ਨੂੰ ਅਸੀਂ ਰਿਸਪੈਕਟ ਕਿੰਨੀ ਦੇ ਰਹੇ ਹਾਂ? ਇੱਥੇ ਮੇਰਾ ਕੁਐਸਚਨ ਹਮੇਸ਼ਾ ਇਹੀ ਆ ਜਾਂਦਾ ਕਿ ਅਸੀਂ ਉਹਨਾਂ ਨੂੰ ਕਿੰਨੀ ਰਿਸਪੈਕਟ ਦੇ ਰਹੇ ਹਾਂ। ਪਾਣੀ ਅਸੀਂ ਗੰਦਾ ਕਰ ਦਿੱਤਾ, ਅਰਥ ਐਲੀਮੈਂਟ ਅਸੀਂ ਗੰਦਾ ਕਰ ਦਿੱਤਾ, ਹੁਣ ਅਸੀਂ 에ਅਰ ਐਲੀਮੈਂਟ ਗੰਦਾ ਕਰਨ ਲੱਗੇ ਹੋਏ ਹਾਂ। ਇਹ ਜਿਹੜੀਆਂ ਰੇਡੀਏਸ਼ਨਸ ਆਉਂਦੀਆਂ ਕਿੱਥੋਂ ਟਰੈਵਲ ਹੋ ਕੇ ਆਉਂਦੀਆਂ? ਦੇ ਟਰੈਵਲ ਬਾਈ 에ਅਰ ਨਾ ਜੀ। ਹੁਣ ਅਮਰੀਕਾ ਤੋਂ ਅਗਰ ਕੋਈ ਆ ਰਹੀ ਹੈ ਜਾਂ ਚਾਈਨਾ ਤੋਂ ਕੋਈ ਅਸੀਂ ਕਾਲ ਕਰ ਰਹੇ ਹਾਂ ਜਾਂ ਕੋਈ ਵੀ ਇਹ ਸਾਰਾ ਸਿਸਟਮ ਜਿਹੜਾ ਚੱਲ ਰਿਹਾ ਇਟ ਇਜ਼ ਸਪੇਸ ਔਰ 에ਅਰ ਐਲੀਮੈਂਟ ਹੈ ਨਾ। ਤੋ ਇਹਦਾ ਮਤਲਬ ਇਹ ਇੱਕ ਰਹਿ ਗਿਆ ਸੀ, ਅਸੀਂ ਹੁਣ ਉਹਨੂੰ ਵੀ ਗੰਦਾ ਕਰਨ ਲੱਗੇ ਹਾਂ। ਫਲਾਈਟਸ ਇੰਨੀਆਂ ਜ਼ਿਆਦਾ ਚੱਲ ਪਈਆਂ, ਇੰਨਾ ਇੰਜਨ ਉਹਨਾਂ 'ਚ ਯੂਜ਼ ਹੁੰਦਾ, ਫਿਊਲ ਇੰਨਾ ਯੂਜ਼ ਹੁੰਦਾ, ਉਹਨਾਂ 'ਚੋਂ ਧੂੰਆਂ ਇੰਨਾ ਨਿਕਲਦਾ, ਤਾਂ 에ਅਰ ਐਲੀਮੈਂਟ ਰਹਿ ਗਿਆ ਸੀ। 에ਅਰ ਐਲੀਮੈਂਟ ਨੇ ਉਹਨੂੰ ਵੀ ਪੋਲਿਊਸ਼ਨ ਕਰਨਾ ਸ਼ੁਰੂ ਕਰ ਦਿੱਤਾ। ਮਤਲਬ ਇੱਥੋਂ ਜਿੰਨਾ ਇਹ ਸਾਰਾ ਰੇਡੀਏਸ਼ਨ ਜਦੋਂ ਟਰੈਵਲ ਕਰਦੀਆਂ 에ਅਰ ਐਲੀਮੈਂਟ ਸਪੇਸ 'ਚੋਂ ਔਰ 에ਅਰ 'ਚੋਂ ਜਦੋਂ ਟਰੈਵਲ ਕਰਦੀਆਂ, ਇਹ ਟਰੈਵਲ ਕਰਨ ਦੇ ਨਾਲ ਜਿੰਨੀ ਇਹਨਾਂ ਦੀ ਫਰੀਕੁਐਂਸੀ ਜ਼ਿਆਦਾ ਹੋਏਗੀ, ਜਿੰਨੀ ਫਾਸਟ ਵੇਵਲੈਂਥ ਇਹਨਾਂ ਦੀ ਛੋਟੀ ਹੁੰਦੀ ਹੈ ਨਾ, ਕਿ ਜਿੰਨਾ ਫਾਸਟ ਚੱਲੇਗਾ ਇਹਦਾ ਮਤਲਬ ਉਹਦੀ ਵੇਵਲੈਂਥ ਜ਼ਿਆਦਾ ਔਰ ਉਹਦੀ ਫਰੀਕੁਐਂਸੀ ਜ਼ਿਆਦਾ ਹੈ। ਵੇਵਲੈਂਥ ਘੱਟ ਹੁੰਦੀ ਜਾਂਦੀ ਹੈ, ਫਰੀਕੁਐਂਸੀ ਜ਼ਿਆਦਾ ਹੁੰਦੀ ਜਾਂਦੀ ਹੈ ਨਾ, ਤਾਂ ਦੇ ਆਰ ਵਾਈਸ ਵਰਸਾ। ਤਾਂ ਉਹ ਉਨੀ ਫਾਸਟ ਸਾਡਾ ਜਿਹੜਾ ਐਨਵਾਇਰਨਮੈਂਟ ਹੈ ਉਹਨੂੰ ਉਨਾ ਫਾਸਟ ਖਰਾਬ ਕਰਦਾ। ਖਰਾਬ ਕਰਨ ਦਾ ਮਤਲਬ ਇੱਥੇ ਇਹ ਲਗਾ ਲਓ, ਜੋ ਮੈਂ ਪਹਿਲੇ ਦੱਸਿਆ ਕਿ ਇੱਕ ਰੇਡੀਏਸ਼ਨ ਦੇ ਕਰੈਕਟਰਿਸਟਿਕ ਦੋ ਹੈ, ਇੱਕ ਹੈਗਾ ਹੀਟ ਜਨਰੇਸ਼ਨ, ਦੂਸਰਾ ਹੈ ऑसिलेशंस। ऑसिलेशंस की है कि मेरा एयर एलीमेंट ऑलरेडी है ਜਿਹਨੂੰ ਅਸੀਂ ਡਿਸਟਰਬ ਕਰ ਰਹੇ ਹਾਂ, ਦੂਸਰਾ ਵਾਈਬ੍ਰੇਸ਼ਨ ਉਹਦੇ 'ਚ ਕ੍ਰੀਏਟ ਕਰਦੇ ਹਾਂ, ਠੀਕ ਹੈ, ਤੀਸਰਾ ਉਹਦੇ 'ਚ ਹੀਟ ਜਨਰੇਟ ਕਰ ਰਹੇ ਹਾਂ। ਤਾਂ ਉਹ ਕੀ ਹੈ, ਅੱਜ ਤੁਸੀਂ ਦੇਖਿਆ ਕਿ ਪਹਿਲੇ ਕਦੇ ਇੱਦਾਂ ਹੋਇਆ ਕਿ ਹਾਂਜੀ ਇਹਨਾਂ ਮਹੀਨਿਆਂ 'ਚ ਬਾਰਿਸ਼ ਆਉਂਦੀ ਹੋਵੇ? ਨਹੀਂ। ਇਹਦਾ ਮਤਲਬ ਹੈ ਕਿ ਮੇਰੇ এনवायरमेंट ਨੂੰ ਮੋਇਸਚਰ ਦੀ ਇੰਨੀ ਕਮੀ ਹੋ ਗਈ ਕਿ ਉਹਨੂੰ ਤੀਸਰੇ ਦਿਨ ਬਾਰਿਸ਼ ਬੁਲਾਉਣੀ ਪੈਂਦੀ ਹੈ। ਮਤਲਬ ਇੰਨੀ ਡਰਾਈਨੈਸ ਹੋ ਗਈ। ਡਰਾਈਨੈਸ ਹੋਏਗੀ ਤਾਂ ਉਹਨੂੰ ਕੰਬੈਕਟ ਕਰਨ ਲਈ ਵੀ ਨੀਡ ਦਾ ਮੋਇਸਚਰ।
ਮੈਨੂੰ ਵਾਟਰ ਐਲੀਮੈਂਟ ਚਾਹੀਦਾ, ਵਾਟਰ ਐਲੀਮੈਂਟ ਬਾਰਿਸ਼ ਤੋਂ ਹੀ ਆਏਗਾ। ਤਾਂ ਇਹਦਾ ਮਤਲਬ ਇਹ ਹੈ ਕਿ ਜਿੰਨੀ ਡਰਾਈਨੈਸ ਹੋਏਗੀ ਉਨੀ ਹੀ ਜ਼ਿਆਦਾ ਮੈਨੂੰ ਮੋਇਸਚਰ ਦੀ ਕਮੀ ਹੋਏਗੀ, ਔਰ ਉਨਾ ਹੀ ਅਗਰ ਹੁਣ ਮੇਰੇ ਕੋਲ ਕੋਈ ਚੀਜ਼ ਨਹੀਂ ਹੈ, ਮੈਂ ਪੜੋਸੀ ਤੋਂ ਲੈਣ ਜਾਊਂਗੀ, ਹੈ ਨਾ, ਪੜੋਸੀ ਕੋਲ ਵੀ ਨਹੀਂ ਹੈ ਤਾਂ ਫਿਰ ਮੈਂ ਧੱਕਾ ਕਰੂੰਗੀ। ਤਾਂ ਇਹੀ ਹੁਣ ਅੱਜ ਦੀ ਡੇਟ 'ਚ এনवायरमेंट 'ਚ ਹੋ ਰਿਹਾ ਕਿ ਮੋਇਸਚਰ ਦੀ ਕਮੀ ਹੈ, ਤਾਂ ਉਹ ਕੀ ਹੈ, ਮੇਰੀ ਬਾਡੀ 'ਚੋਂ ਵੀ ਮੋਇਸਚਰ ਜੋ ਹੈ ਉਹ ਘੱਟ ਹੁੰਦਾ ਜਾ ਰਿਹਾ। ਤੁਸੀਂ ਦੇਖੋਗੇ ਲੋਕ ਗੱਲ ਕਰਨਾ ਨਹੀਂ ਪਸੰਦ ਕਰਦੇ ਜੀ, ਦੇ ਵਾਂਟ ਟੂ ਜਸਟ ਰਾਈਟ ਅਪ। ਹਾਂ ਬਿਲਕੁਲ, ਫੋਨ ਤੇ ਹਰ ਚੀਜ਼ ਫੋਨ ਤੇ ਅਗਲੇ ਨੂੰ ਮਤਲਬ ਕਿਸੇ ਦੀ ਕਾਲ ਆ ਜਾਂਦੀ ਆ, ਉਹ ਜਵਾਬ ਦੇਣਾ ਬੜਾ ਔਖਾ ਲੱਗਦਾ ਵੀ ਇਦਾਂ ਹੀ ਸਰ ਜਵੇ ਕਾਲ ਯੂ ਬੈਕ ਕਰਕੇ ਵੀ ਇਹ ਬਹੁਤ ਦਿਮਾਗ ਖਾਏਗਾ। ਹੁਣ ਉਹਨਾਂ ਕੇ ਵੀ ਬੋਲਣਾ, ਸਾਨੂੰ ਕਿਸੇ ਦਾ ਹਾਲ ਚਾਲ ਵੀ ਪੁੱਛਣਾ, ਇਟ ਇਜ਼ ਅ ਟ੍ਰੈਂਡ ਨਾਓ। ਔਰ ਇੱਥੇ ਕੀ ਆ ਜਾਂਦਾ, ਇੱਥੇ ਹੁਣ ਇਹ ਮੈਨਰਿਜ਼ਮ 'ਚ ਵੀ ਆ ਗਿਆ ਕਿ ਇਫ ਆਈ ਐਮ ਨਾਟ ਪਿਕਿੰਗ ਯੋਰ ਕਾਲ ਔਰ ਮੈਂ ਉਹ ਤੁਹਾਨੂੰ ਕਹਿ ਰਿਹਾ ਕਿ ਮੈਂ ਵਾਪਸ ਕਾਲ ਕਰੂੰਗਾ ਨਾ, तो इतने फ्रस्ट्रेशन, इरीटेशन, गुस्सा क्यों आ रहा? क्योंकि मेरी बॉडी च कफ एलीमेंट नहीं है, वो सारा ड्रेन हो रहा। लोग की कहते हैं बोलन दे लई की है, कफ एलीमेंट चाहिए, मैंने थुक चाहिए बोलन दे लई, है ना। थुक होएगा कि मेरे अंदर पानी हैगा तां ही तो थुक आएगा ना। हुण बोलन च जुबान लगदी है, ਉਹ ਮੈਂ ਨਹੀਂ, ਬੋਡੀ ਕੀ ਕਹਿੰਦੀ ਆ ਬਈ ਮੇਰੇ ਕੋਲ ਇੰਨਾ ਕੀ ਬਚਿਆ ਹੋਇਆ, ਕੈਪੈਸਿਟੀ ਹਾਂ ਮੇਰੇ ਕੋਲ ਇੰਨਾ ਬਚਿਆ ਹੋਇਆ, ਇਹਨੂੰ ਤਾਂ ਰਹਿਣ ਦਿਓ। ਦਿਮਾਗ ਦਾ ਤੁਸੀਂ ਪਹਿਲੇ ਹੀ ਖਾਲੀ ਕੀਤਾ ਹੋਇਆ ਆਪਣਾ, ਹੈ ਨਾ। ਹਾਈਪਰ ਐਕਟੀਵੇਸ਼ਨ ਲਿਖਦੀ ਆ ਮੈਂ, ਟਾਈਪ ਕਰ ਰਹੀ ਹਾਂ ਬਹੁਤ ਤੇਜ਼, ਉਹ ਦਿਮਾਗ ਔਰ ਹੱਥਾਂ ਦੀ ਕੰਟਰੀਬਿਊਸ਼ਨ ਹੈ। ਤਾਂ ਦੈਟ ਇਜ਼ ਹਾਈਪਰ ਐਕਟੀਵੇਸ਼ਨ। ਕੀ ਹੈ? 에ਅਰ ਐਲੀਮੈਂਟ ਅਗੇਨ, ਕਿ ਉਹ ਤੁਹਾਨੂੰ ਦਿਮਾਗ ਨੂੰ ਇੰਨਾ ਤੇਜ਼ ਕਰਦਾ ਰਹਿੰਦਾ ਕਿ ਤੁਸੀਂ ਲਿਖਣਾ ਜ਼ਿਆਦਾ ਪ੍ਰੈਫਰ ਕਰਦੇ ਹੋ ਰਾਦਰ ਦੈਨ ਯੂ ਹਾਂ, ਕਿ ਤੁਸੀਂ ਬੋਡੀ ਇਹ ਕਹਿੰਦੀ ਹੈ ਮੇਰੇ ਕੋਲ ਥੋੜਾ ਬਹੁਤ ਜਿਹੜਾ ਕਫ ਐਲੀਮੈਂਟ ਬਚਿਆ ਹੋਇਆ ਉਹਨੂੰ ਰਹਿਣ ਦਿਓ ਤੁਸੀਂ ਜੀ। ਸੋ ਦਿਸ ਇਜ਼ ਵਾਟ ਇਜ਼ ਹੈਪਨਿੰਗ। ਹੌਲੀ ਹੌਲੀ ਕੀ ਹੈ, ਪਿੱਤ ਪ੍ਰਕੋਪ ਹੈ, ਪਿੱਤ ਕੀ ਹੀਟ ਬਹੁਤ ਵੱਧ ਰਹੀ ਹੈ এনवायरमेंट 'ਚ। ਉਹ ਕੀ ਕਰ ਰਹੀ ਆ ਕਿ ਤੁਸੀਂ ਦੇਖੋ ਕਿ ਪੇਸ਼ੈਂਸ ਲੈਵਲ ਬਿਲਕੁਲ ਲੋਕਾਂ 'ਚ ਨਹੀਂ ਰਿਹਾ। ਬਿਲਕੁਲ ਵੀ ਨਾਰਮਲ ਚੀਜ਼ ਸੇ ਲੋਕੀ ਬਹੁਤ ਛੋਟੀ ਛੋਟੀ ਚੀਜ਼ਾਂ ਤੇ ਹਾਈਪਰ ਹੋਣਾ ਸ਼ੁਰੂ ਕਰ ਦਿੱਤਾ ਲੋਕਾਂ ਨੇ। ਮਤਲਬ ਤੁਸੀਂ ਕਦੇ ਕਹਿ ਸਕਦੇ ਹੋ ਕਿ ਵੀ ਅਗਰ ਗੱਡੀ ਕੋਈ ਓਵਰਟੇਕ ਕਰ ਗਿਆ, ਉਹਨੂੰ ਅੱਗੇ ਜਾ ਕੇ ਓਵਰਟੇਕ ਕਰਕੇ ਉਹਨੂੰ ਸਟੈਬਿੰਗ ਕੀਤੀ ਆ। ਕਿੰਨੇ ਇਨਸੀਡੈਂਟ ਅੱਜ ਕੱਲ੍ਹ ਬਹੁਤ ਸਾਰੇ ਇਨਸੀਡੈਂਟ ਹੈ ਜੇ ਅੱਜ ਕੱਲ੍ਹ ਆਸ ਪੜੋਸ ਵਿੱਚ ਲੋਕ ਇੱਕ ਦੂਸਰੇ ਦੀ ਕੋਈ ਐਕਟੀਵਿਟੀ ਬਰਦਾਸ਼ਤ ਨਹੀਂ ਕਰਦੇ। ਨਾਰਮਲ ਗੱਲ ਅਸੀਂ ਲੋਕਾਂ ਨੂੰ ਬਹੁਤ ਘੱਟ ਕਰਦੇ ਦੇਖਦੇ ਹਾਂ। ਮਤਲਬ ਜੇ ਅਸੀਂ ਕਿਸੇ ਨੂੰ ਗੱਲ ਨਹੀਂ ਕਰਨਾ ਚਾਹੁੰਦੇ, ਸਿੱਧਾ ਲੜਨਾ ਸ਼ੁਰੂ ਕਰ ਦਿੰਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਵੀ ਇਸ ਦਾ ਰੀਜ਼ਨ ਹੈ। ਇਸੇ ਲਈ ਹੈ ਨਾ, ਕਿਉਂਕਿ ਮੇਰੀ ਬੋਡੀ 'ਚ ਕਫ ਐਲੀਮੈਂਟ ਰਹਿ ਹੀ ਨਹੀਂ ਗਿਆ, ਸਨੇਹ ਰਹਿ ਹੀ ਨਹੀਂ ਆ। ਕਿਉਂਕਿ ਅਸੀਂ ਸਾਰਾ ਦਿਨ ਹੀਟ ਦੇ ਵਿੱਚ ਰਹਿੰਦੇ ਹਾਂ। ਡਰਾਈਨੈਸ ਤੁਸੀਂ ਦੇਖ ਲਓ ਕਿ ਕੋਈ ਵੀ ਚੀਜ਼ ਜਲਦੀ ਸੁਖਾਣੀ ਹੋਵੇ, ਅਸੀਂ ਉਹਨੂੰ ਅਗਨੀ ਦੇ ਉੱਪਰ ਰੱਖ ਦਿਓ ਔਰ ਉੱਪਰੋਂ ਦੀ ਹਵਾ ਪਾ ਦਿਓ ਤਾਂ ਫਟਾਫਟ ਸੁੱਕ ਜਾਂਦੀ ਹੈ। ਸੋ ਦੈਟ ਇਜ਼ ਵਾਟ ਇਜ਼ ਹੈਪਨਿੰਗ। ਐਂਡ ਯੂ ਵੋਂਟ ਬਿਲੀਵ ਕਿ ਜਿਹੜਾ ਕਰੋਨਾ ਦੇ ਉੱਪਰ ਆਈ ਹੈਵ ਰਿਟਨ ਅ ਬੁੱਕ ਔਨ ਕਿ ਕਰੋਨਾ ਨੇ ਕਿਸ ਤਰ੍ਹਾਂ ਤੁਹਾਡੀ ਬੋਡੀ ਨੂੰ ਇਫੈਕਟ ਕੀਤਾ। 에ਅਰ ਐਲੀਮੈਂਟ ਘਟ ਗਿਆ, ਸਪੇਸ ਡਿਸਟਰਬ ਹੋ ਗਈ, ਠੀਕ ਹੈ। ਮੇਰੀ ਬੋਡੀ 'ਚ ਉਹਨੇ ਵੀ ਉਹੀ ਜਗ੍ਹਾ ਲੱਭੀ ਜਿੱਥੇ ਜ਼ਿਆਦਾ ਕਫ ਹੈ। ਚੈਸਟ ਹੈ, ਚੈਸਟ ਉਹਨੇ ਚੈਸਟ ਨੂੰ ਇਫੈਕਟ ਕੀਤਾ ਕਿ ਬਈ ਇੱਥੇ ਥੋੜਾ ਬਹੁਤ ਮੋਇਸਚਰ ਰਹਿ ਗਿਆ, ਠੀਕ ਹੈ। ਉੱਥੇ ਜਾ ਕੇ ਵੀ ਉਹਨੂੰ ਇੰਨਾ ਜ਼ਿਆਦਾ ਪਰੇਸ਼ਾਨੀ ਸੀ, ਉਹਨੇ ਪੂਰਾ ਸਪਰੈਡ ਹੋ ਗਿਆ। ਇਹ ਨਹੀਂ ਕਿ ਛੋਟੀ ਜਿਹੀ ਜਗ੍ਹਾ ਦੇ ਨਾਲ ਵੀ ਉਹਦਾ ਕੰਮ ਸਰਿਆ ਹੋਵੇ। ਅਗਰ ਤੁਸੀਂ ਐਕਸ-ਰੇਜ਼ ਦੇਖੋ, ਅਗਰ ਤੁਸੀਂ MRIs ਦੇਖੋ ਉਹਦਾਂ ਪੇਸ਼ੈਂਟਸ ਦੀਆਂ, ਤਾਂ ਤੁਸੀਂ ਦੇਖੋਗੇ ਕਿ ਉਹਨੇ ਇਹ ਨਹੀਂ ਕਿ ਇੱਕ ਜਿਸ ਤਰ੍ਹਾਂ ਨਿਮੋਨੀਆ ਹੁੰਦਾ ਤਾਂ ਇੱਕ ਪਾਰਟ ਅਸੀਂ ਲੈ ਲੈਂਦੇ ਹਾਂ ਕਿ ਇੰਨੀ ਕੁ ਜਗ੍ਹਾ 'ਤੇ ਇਨਫੈਕਸ਼ਨ ਹੋਈ ਸੀ, ਉਨੀ ਕੁ ਜਗ੍ਹਾ 'ਤੇ ਕੰਸੋਲੀਡੇਸ਼ਨ ਹੋ ਗਈ ਲੰਗਸ ਦੀ ਔਰ ਉਨਾ ਕੁ ਪੈਚ ਖਰਾਬ ਹੋ ਗਿਆ, ਉਹਨੂੰ ਅਸੀਂ ਕਹਿੰਦੇ ਹਾਂ ਕਿ ਜੇ ਚਲੋ ਟਿਊਬਰਕਲੋਸਿਸ ਵੀ ਹੋਇਆ ਸੀ ਤਾਂ ਵੀ ਇੰਨਾ ਕੁ ਹੋਇਆ ਸੀ। ਇਹਨੇ ਤਾਂ ਪੂਰੇ ਲੰਗਸ ਨੂੰ ਇਫੈਕਟ ਕਰ ਦਿੱਤਾ, ਬਹੁਤ ਬੁਰੇ ਤਰੀਕੇ ਨਾਲ ਇਫੈਕਟ ਕਰਨਾ ਸ਼ੁਰੂ ਕੀਤਾ। ਹਾਂ, ਤਾਂ ਰੀਜ਼ਨ ਸਾਰਾ ਇਹੀ ਹੈ ਕਿਉਂਕਿ ਹੈ ਹੀ ਨਹੀਂ ਮੇਰੀ ਬੋਡੀ 'ਚ ਮੋਇਸਚਰ ਹੀ ਨਹੀਂ ਆ। ਔਰ ਉੱਪਰੋਂ ਦੀ ਕੀ ਹੈ, ਸਾਨੂੰ ਡਾਕਟਰਸ ਨੇ ਇਹ ਸਿਖਾਉਣਾ ਸ਼ੁਰੂ ਕੀਤਾ ਵੀ ਕੀ ਨਹੀਂ ਲੈਣਾ, ਇਹ ਨਹੀਂ ਲੈਣਾ, ਉਹ ਨਹੀਂ ਲੈਣਾ। ਕੀ ਲਓ, ਬਟ ਤਰੀਕਾ ਹੁੰਦਾ ਨਾ, ਅਸੀਂ ਤਾਂ ਕੀ ਨੂੰ ਜਲਾਉਣਾ ਸ਼ੁਰੂ ਕਰ ਦਿੱਤਾ ਜੀ। ਪਹਿਲੇ ਟਾਈਮ ਤੇ ਤੁਸੀਂ ਦੇਖੋਗੇ ਦਾਲ ਸਬਜ਼ੀ ਬਣਦੀ ਸੀ, ਉੱਪਰੋਂ ਦੀ ਕੀ ਪਾ ਦਿੰਦੇ ਸੀ ਅਸੀਂ, ਉਹਦੇ 'ਚ ਅਸੀਂ ਤੜਕੇ ਲਗਾ ਕੇ ਅਸੀਂ ਕੀ ਨੂੰ ਜਲਾਉਂਦੇ ਨਹੀਂ ਸੀ। ਹੁਣ ਤਾਂ ਅਸੀਂ ਜਲਾ ਕੇ ਉਹਦਾ ਸਾਰਾ ਇਫੈਕਟ ਖਤਮ ਕਰ ਦਿੰਦੇ ਹਾਂ। ਬਿਲਕੁਲ ਮੈਮ, ਇਸ ਚੀਜ਼ ਤੇ ਵੀ ਆਵਾਂਗੇ ਕਿ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਹੈ। ਬਟ ਪਹਿਲਾਂ ਇੱਕ ਬਹੁਤ ਛੋਟੀ ਜਿਹੀ ਚੀਜ਼ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ। ਜੇ ਅਸੀਂ ਕਹਿ ਰਹੇ ਹਾਂ ਕਿ ਫੋਨ ਯੂਜ਼ ਕਰ ਰਹੇ ਹਾਂ, ਅਸੀਂ ਕਹਿ ਰਹੇ ਹਾਂ ਕਿ ਅਸੀਂ ਲੈਪਟਾਪ ਯੂਜ਼ ਕਰ ਰਹੇ ਹਾਂ, ਚਲੋ ਅਸੀਂ ਇਹਦੀ ਯੂਜ਼ ਨੂੰ ਘੱਟ ਕਰ ਦੇਵਾਂਗੇ। ਪਰ ਇਸ ਤੋਂ ਇਲਾਵਾ ਘਰ ਵਿੱਚ ਜੇ ਅਸੀਂ ਇਹ ਚੀਜ਼ਾਂ ਯੂਜ਼ ਨਹੀਂ ਕਰ ਸਕਦੇ ਤਾਂ ਕੀ ਅਸੀਂ ਰੇਡੀਏਸ਼ਨ ਤੋਂ ਬਚ ਰਹੇ ਹਾਂ, ਜਾਂ ਹੋਰ ਅਜਿਹੀਆਂ ਚੀਜ਼ਾਂ ਹੋਰ ਹੈਗੀਆਂ ਸਾਡੇ ਘਰ ਵਿੱਚ ਜਿਹੜੀਆਂ ਸਾਨੂੰ ਨਹੀਂ ਪਤਾ ਕਿ ਇਹਨਾਂ ਦੀ ਰੇਡੀਏਸ਼ਨ ਸਾਡੇ 'ਤੇ ਇਫੈਕਟ ਕਰ ਰਹੀ ਹੈ? ਸਭ ਤੋਂ ਜ਼ਿਆਦਾ ਇੱਥੇ ਜਿਹੜਾ ਸਭ ਤੋਂ ਜ਼ਿਆਦਾ ਤੁਹਾਡਾ ਜ਼ਹਿਰ ਹੈ, ਦੈਟ ਇਜ਼ ਮਾਈਕ੍ਰੋਵੇਵ। ਓਕੇ, ਹੈ ਨਾ। ਇਨਫਰਾਰੈਡ ਰੇਜ਼ ਇਕੱਠੀਆਂ ਹੁੰਦੀਆਂ ਔਰ ਉਹ ਤੁਹਾਡਾ ਖਾਣਾ ਗਰਮ ਕਰਕੇ ਦਿੰਦੀਆਂ, ਹੈ ਨਾ ਜੀ, ਠੀਕ ਹੈ। ਇਨਫਰਾਰੈਡ ਚਲੋ ਅਗਲੀ ਸਾਇੰਸ ਅਸੀਂ ਰਹਿਣ ਦਿੰਦੇ ਹਾਂ, ਇੱਥੇ ਅਸੀਂ ਸਿੰਪਲ ਸਾਇੰਸ 'ਚ ਗੱਲ ਕਰਦੇ ਹਾਂ ਕਿ ਉਹ ਰੇਡੀਏਸ਼ਨਸ ਹੈ। ਤੁਸੀਂ ਆਪਣਾ ਖਾਣਾ ਉਹਦੇ 'ਚ ਗਰਮ ਕਰ ਰਹੇ ਹੋ ਤਾਂ ਮਤਲਬ ਤੁਹਾਡਾ ਉਹਦਾ ਖਾਣੇ ਦਾ ਜੋ ਵੀ ਨਿਊਟਰੀਐਂਟਸ ਹੈ
ਉਹ ਜਾ ਰਹੇ ਆ। ਸਾਨੂੰ ਬਾਹਰੋਂ ਨਿਊਟ੍ਰੀਐਂਟ ਲੈਣ ਦੀ ਜ਼ਰੂਰਤ ਕਿਉਂ ਪੈ ਰਹੀ ਹੈ ਨਾ? ਅਸੀਂ ਲੋਕ ਕਹਿੰਦੇ ਅਸੀਂ ਖਾਣਾ ਤਾਂ ਖਾ ਰਹੇ ਹਾਂ, ਤਾਂ ਖਾਣਾ ਖਾ ਰਹੇ ਹਾਂ ਬਟ ਉਹ ਫੋਕਸਡ ਨਹੀਂ ਖਾ ਰਹੇ। ਮੈਂ ਖਾਣਾ ਇੱਧਰ ਖਾ ਰਹੀ ਹਾਂ, ਮੇਰਾ ਧਿਆਨ ਉੱਧਰ ਟੀਵੀ ਵੱਲ ਹੈ, ਜਾਂ ਮੈਂ ਮੋਬਾਈਲ ਤੇ ਕੋਈ ਮੈਸੇਜ ਪੜ੍ਹਨ ਲੱਗੀ ਹੋਈ ਹਾਂ, ਜੋ ਅੱਜ ਕੱਲ੍ਹ ਦਾ ਟ੍ਰੈਂਡ ਹੈ। ਅਸੀਂ ਦੇਖਦੇ ਬੱਚਿਆਂ ਦਾ, ਵੱਡਿਆਂ ਦਾ, ਸਾਰਿਆਂ ਦਾ ਇਹੀ ਹਾਲ ਹੈ ਨਾ। ਤੁਸੀਂ ਉਹਨਾਂ ਨੂੰ ਕਹੋ ਕਿ ਵੀ ਜੀ ਸਾਨੂੰ ਬਚਪਨ 'ਚ ਸਿਖਾਇਆ ਜਾਂਦਾ ਸੀ 32 ਵਾਰ ਚਬਾ ਕੇ ਖਾਣਾ ਚਾਹੀਦਾ, ਮੈਂ ਕਹਿੰਦੀ ਹਾਂ 32 ਨਾ ਸਹੀ 20 ਵਾਰੀ ਚਬਾ ਲਓ ਤੁਸੀਂ, ਹੈ ਨਾ। ਤਾਂ ਉਹਦੇ ਨਾਲ ਕਿ ਮੇਰੇ ਮੂੰਹ 'ਚ ਥੁੱਕ ਤਾਂ ਆਵੇ, ਥੁੱਕ ਤਾਂ ਮੇਰੇ ਮੂੰਹ 'ਚ ਆ ਨਹੀਂ ਰਿਹਾ, ਹੈ ਨਾ। ਮੈਂ ਉਹਨੂੰ ਸਿੱਧਾ ਸਿੱਧਾ ਮੂੰਹ ਚ ਜ਼ਬਰਦਸਤੀ ਸਿਰਫ ਖਾ ਰਹੇ ਹਾਂ, ਔਰ ਮੈਨੂੰ ਕੋਈ ਉਹਦਾ ਟੇਸਟ ਵੀ ਨਹੀਂ ਆ ਰਿਹਾ। ਮੈਨੂੰ ਤੁਸੀਂ ਅੱਧੇ ਲੋਕਾਂ ਨੂੰ ਪੁੱਛੋ, ਉਹਨਾਂ ਨੂੰ ਪੁੱਛੋ ਕਿ ਖਾਣਾ ਕਿੱਦਾਂ ਦਾ ਸੀ, ਨਹੀਂ ਪਤਾ ਹੋਏਗਾ ਕਿ ਖਾਣਾ ਕਿੱਦਾਂ ਦਾ ਸੀ, ਬਿਕੋਜ਼ ਨਾ ਮੇਰਾ ਦਿਮਾਗ ਇਨਵੋਲਵ ਹੋਇਆ, ਨਾ ਮੇਰਾ ਮੂੰਹ ਇਨਵੋਲਵ ਹੋਇਆ, ਮੈਂ ਬਸ ਖਾਣਾ ਗਲਪ ਕਰਤਾ, ਹੈ ਨਾ ਜੀ। ਜਦੋਂ ਮੈਂ ਇਦਾਂ ਦਾ ਖਾਣਾ ਖਾਊਂਗੀ तो ਅੱਗੇ ਜਾ ਕੇ ਬੋਡੀ ਨੂੰ ਲੱਗੇਗਾ ਨਹੀਂ ਉਹ, ਕਿਉਂਕਿ ਮੇਰਾ ਬ੍ਰੇਨ ਔਰ ਮੇਰੇ ਅੰਦਰ ਗਟ ਦਾ ਪੂਰਾ ਬੈਲੈਂਸ ਹੁੰਦਾ। ਬ੍ਰੇਨ ਨੂੰ ਹੀ ਪਤਾ ਹੁੰਦਾ ਕਿ ਤੁਸੀਂ ਖਾਣਾ ਖਾ ਰਹੇ ਹੋ, ਇਹ ਕੀ ਖਾਣਾ ਖਾ ਰਹੇ ਹੋ, ਮੈਂ ਉਹਦੇ ਮੁਤਾਬਿਕ ਹੀ ਐਂਜ਼ਾਈਮ ਰਿਲੀਜ਼ ਕਰੂੰਗਾ ਜੀ। ਠੀਕ ਹੈ। ਜਦੋਂ ਬ੍ਰੇਨ ਨੂੰ ਪਤਾ ਹੀ ਨਹੀਂ ਲੱਗਿਆ, ਉਹ ਬ੍ਰੇਨ ਤਾਂ ਵਿਵਾਸ਼ਾਵਾਸੂ ਜਾਂ ਕਿਸੇ ਨੂੰ ਹੋਰ ਨੂੰ ਦੇਖ ਰਿਹਾ, ਜਾਂ ਨਿਊਜ਼ ਦੇਖ ਰਿਹਾ ਕੌਣ ਕਿੱਥੇ ਲੜ ਪਿਆ, ਤੇ ਜਾਂ ਇੱਕ ਸਾਈਡ ਤੇ ਫੋਨ ਤੇ ਗੇਮ ਲੱਗੀ ਹੋਈ ਹੈ, ਜਾਂ ਫੋਨ ਤੇ ਕਿਤੇ ਚੈਟ ਚੱਲ ਰਹੀ ਹੈ, तो ਉਹ ਵਿਚਾਰੇ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਖਾਣਾ ਕੀ ਗਿਆ ਅੰਦਰ ਔਰ ਮੈਂ ਕੀ ਡਾਈਜੈਸਟ ਕਰਨਾ ਸੀ। ਉਹ ਵੀ ਫਿਰ ਉਹ ਆਪਣਾ ਕੰਮ ਉਦਾਂ ਦਾ ਹੀ ਕਰਦਾ ਰਹਿੰਦਾ, ਕਿਉਂਕਿ ਉਹਦਾ ਕੰਮ ਤਾਂ ਹੁਣ ਕੀ ਰਹਿ ਗਿਆ, ਮੈਸੇਜ ਪੜ੍ਹਨੇ ਔਰ ਫਾਰਵਰਡ ਕਰਨੇ, ਅਮਲ ਤਾਂ ਕੋਈ ਕਰਦਾ ਨਹੀਂ। ਮੈਂ ਕਹਿੰਦੀ ਹਾਂ ਜਿੰਨੀ ਇਹਦੇ ਤੇ ਗਿਆਨ ਆਉਂਦਾ, ਉਹਦੇ ਚੋਂ ਅਸੀਂ ਇੱਕ ਦਿਨ ਲਈ ਵੀ ਅਸੀਂ ਯੂਜ਼ ਕਰ ਲਈਏ ਤਾਂ ਮੈਨੂੰ ਲੱਗਦਾ ਕਿ ਬਹੁਤ ਸਾਤਵਿਕਤਾ ਆ ਜਾਣੀ ਚਾਹੀਦੀ ਹੈ, ਬਟ ਹੈ ਨਹੀਂ, ਹੈ ਨਾ। ਉਹ ਤਾਂ ਸਿਰਫ ਹੱਥ ਅਸੀਂ ਰੱਖਿਆ ਹੋਇਆ ਫਾਰਵਰਡ ਕਰਨ ਲਈ, ਪੜ੍ਹਨ ਲਈ, ਦੈਟ ਇਜ਼ ਇਟ। ਕਿਉਂਕਿ ਮੈਮ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਕਿਸ ਤਰੀਕੇ ਨਾਲ ਇਹ ਰੇਡੀਏਸ਼ਨ ਸਾਡੀ ਬਾਡੀ ਨੂੰ ਇਫੈਕਟ ਕਰਦੀਆਂ ਨੇ। ਸੋ ਇਹ ਵੀ ਜਾਣਾਂਗੇ ਅਸੀਂ ਕਿ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਹੈ। ਪਰ ਇੱਥੇ ਰੁਕ ਰਹੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਲਈ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਵਾਂਗੇ। ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਹੈਲਥ ਲਾਈਨ, ਤੇ ਸਾਡੇ ਨਾਲ ਸ਼ੋਅ ਵਿੱਚ ਨੇ ਡਾਕਟਰ ਇੰਦਰਜੀਤ ਕੌਰ। ਮੈਮ, ਜਿਵੇਂ ਅਸੀਂ ਬ੍ਰੇਕ ਤੋਂ ਪਹਿਲਾਂ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਦੱਸਿਆ ਕਿ ਰੇਡੀਏਸ਼ਨਸ ਕਿਵੇਂ ਹਿਊਮਨ ਬਾਡੀ ਨੂੰ ਇਫੈਕਟ ਕਰਦੀਆਂ ਨੇ, ਤੇ ਹੁਣ ਅਸੀਂ ਗੱਲ ਕਰ ਲੈਂਦੇ ਹਾਂ ਕਿ ਬੱਚਿਆਂ ਦੀ ਇਸ ਵੇਲੇ ਥਰਡ ਵੇਵ ਦੀ, ਕਰੋਨਾ ਦੀ ਥਰਡ ਵੇਵ ਦੀ ਜਿਹੜੀ ਗੱਲ ਹੋਣ ਲੱਗ ਗਈ ਆ। ਫਰਸਟ ਵੇਵ ਦੇ ਵਿੱਚ ਬਜ਼ੁਰਗਾਂ ਨੂੰ ਬਹੁਤ ਇਫੈਕਟ ਕੀਤਾ ਇਸ ਵੇਵ ਨੇ, ਸੈਕਿੰਡ ਵੇਵ ਦੇ ਵਿੱਚ ਯੰਗਸਟਰਸ ਬਹੁਤ ਜ਼ਿਆਦਾ ਇਫੈਕਟ ਹੋਏ। ਸੋ ਹੁਣ ਇਹ ਚਰਚਾ ਚੱਲ ਪਈ ਹੈ ਕਿ ਬੱਚੇ ਇਸ ਦੇ ਨਾਲ ਥਰਡ ਵੇਵ ਦੇ ਵਿੱਚ ਬਹੁਤ ਇਫੈਕਟ ਹੋਣਗੇ। ਅਜਿਹਾ ਕਿਉਂ ਮੰਨਿਆ ਜਾ ਰਿਹਾ ਕਿ ਬੱਚਿਆਂ ਨੂੰ ਕਿਉਂ ਇਸ ਦਾ ਜ਼ਿਆਦਾ ਇਫੈਕਟ ਹੋਏਗਾ? ਕਿਉਂਕਿ ਬਹੁਤ ਸਾਰੇ ਲੋਕ ਇਸ ਡਰ ਦੇ ਵਿੱਚ ਨੇ ਕਿ ਅੱਗੇ ਜੇ ਬੱਚਿਆਂ ਤੇ ਇਹ ਚੀਜ਼ ਪਹੁੰਚਦੀ ਆ ਤੇ ਬਹੁਤ ਜ਼ਿਆਦਾ ਜਿਹੜਾ ਮੁਸ਼ਕਿਲਾਂ ਵੱਧ ਸਕਦੀਆਂ ਨੇ। ਇੱਥੇ ਮੈਂ ਸਭ ਤੋਂ ਪਹਿਲੇ ਇਹ ਡਿਸਕ੍ਰਾਈਬ ਕਰਨਾ ਚਾਹਾਂਗੀ ਜੋ ਆਪਾਂ ਪਹਿਲੇ ਗੱਲ ਕਰ ਰਹੇ ਸੀ ਕਿ ਮੇਰਾ 에ਅਰ ਐਲੀਮੈਂਟ ਡਿਸਟਰਬ ਹੋ ਰਿਹਾ, ਹੀਟ, ਪਿੱਤ ਐਲੀਮੈਂਟ, ਆਯੁਰਵੇਦ 'ਚ ਅਗਰ ਅਸੀਂ ਇਹਨਾਂ ਨੂੰ ਕਰਦੇ ਹਾਂ ਤਾਂ 에ਅਰ ਐਲੀਮੈਂਟ ਹੋ ਗਿਆ, ਵਾਤ, ਪਿੱਤ ਹੋ ਗਿਆ, ਗਰਮੀ, ਤੀਸਰਾ ਆ ਜਾਂਦਾ ਕਫ ਐਲੀਮੈਂਟ, ਹੈ ਨਾ। तो आयुर्वेद च बाय डिफॉल्ट हर चीज़ मन्नी जाती है कि बाय बचपन जो मेरा होंगे तो देखोगे बच्चे हैल्दी होंगे, गोलू मोलू जे होंगे, है ना। जिस तरह असीं वड्डे होंगे तो मेरे च पित्त का काल आंदा, पित्त, मैं एग्रैसिव होना, मेरी ग्रोथ होंदी है, मेरे कोल बहुत ज़्यादा जिम्मेवारियां होंदियां करन लई। सो मेरा एक अग्रैशन आंदा है ना मेरी बॉडी च। फिर जो मेरे सारे काम खत्म हो जाते हैं, दैन आई बिकम वातिक। वातिक क्या है कि मेरी हुण डिजनरेशन शुरू हो जाती है ना, वात बिकम्स डिजनरेटिव। पहली वेव आई वो उस टाइम वो भी माइल्ड सी, ठीक है, तो उन्होंने लोगों को इफेक्ट किया जो ओल्ड एज के सी। ओल्ड एज की है, जिस तरह बजुर्ग है ना, उन्होंने भी बाय डिफॉल्ट असी आयुर्वेद कहने हैं कि 60 तो बाद वात प्रकोप शुरू हो जाता है। वात प्रकोप की है, मेरी बॉडी श्रिंक शुरू हो जाती है, हाइपर एक्टिवेशन हो जाती है। तुसीं देखोगे जो बजुर्ग होंगे असीं एक गल बार बार कहते हैं, है ना, फॉरगेटफुलनैस आ जाती है, भुलना शुरू हो जाते हैं। वो की है कि जो ड्राईनैस मेरी बॉडी च आती है, मेरे सारे अंग पैर भी ड्राई होके श्रिंक होना शुरू हो जाते हैं। तो ਇਹਦੇ ਚ ਵੀ ਕੀ ਹੋਇਆ ਕਿ ਇਹਨਾਂ ਨੇ ਪਹਿਲੇ ਉਹਨੂੰ ਵਾਤ ਪ੍ਰਕੋਪ ਜ਼ਿਆਦਾ ਹੋਇਆ ਤਾਂ ਇਹਨੇ ਉਹਨੂੰ ਇਫੈਕਟ ਕਰਨਾ ਸ਼ੁਰੂ ਕੀਤਾ। ਦਿਨ ਇੱਥੇ ਤੁਸੀਂ ਦੇਖੋਗੇ ਕਿ ਇੱਥੇ ਜੋ ਯੰਗ ਲੋਕ ਜ਼ਿਆਦਾ ਹੋਏ ਤਾਂ ਇਹ ਤੁਸੀਂ ਸੋਚੋ ਕਿ ਉਹਦੇ ਨਾਲ ਜੋ ਅਸੀਂ ਕਹਿ ਰਹੇ ਹਾਂ ਕਿ 5G ਜਾਂ 4G ਵੀ ਈਵਨ ਸੋਚ ਲਓ ਕਿ ਲੋਕ ਨਹੀਂ ਹਾਲੇ ਵੀ ਮੰਨਦੇ, ਤਾਂ ਰੇਡੀਏਸ਼ਨਸ ਦੇ ਨਾਲ ਪਿੱਤ ਪ੍ਰਕੋਪ ਹੋਇਆ। ਪਿੱਤ ਪ੍ਰਕੋਪ ਕਿਸ ਤਰ੍ਹਾਂ ਹੋਇਆ ਕਿ ਮੈਂ ਲੋਕਡਾਊਨ 'ਚ ਸੀ, ਮੇਰਾ ਫਰਸਟ੍ਰੇਸ਼ਨ ਲੈਵਲ ਵਧਿਆ, ਹੈ ਨਾ ਜੀ। ਤਾਂ ਮੇਰਾ ਫਰਸਟ੍ਰੇਸ਼ਨ ਲੈਵਲ ਵਧਿਆ, ਮੇਰੇ ਕੋਲ ਹੋਰ ਪ੍ਰੋਬਲਮ ਸੀਗੀਆਂ ਜਿਹਦੇ ਨਾਲ ਮੈਨੂੰ ਆਪਣੇ ਆਪ 'ਚ ਪ੍ਰੋਬਲਮ ਆਈ। ਤਾਂ ਯੰਗ ਜਨਰੇਸ਼ਨ ਇਫੈਕਟ ਹੋਈ ਕਿਉਂਕਿ ਉਹਦੇ ਕੋਲ ਉੱਦਾਂ ਦੇ ਐਨਵਾਇਰਨਮੈਂਟ ਉਹਨੂੰ ਮਿਲਿਆ ਜਿਹਨੇ ਉਹਨੂੰ ਇਫੈਕਟ ਕੀਤਾ, ਹੈ ਨਾ ਜੀ। 1 ਸਾਲ ਤੋਂ ਕੀ ਚੱਲ ਰਿਹਾ, ਬੱਚੇ ਘਰ 'ਚ
ਮੋਬਾਈਲ ਤੇ ਕਲਾਸਿਸ ਲਗਾ ਰਹੇ ਆ, ਗੈਜਟਸ ਯੂਜ਼ ਕਰ ਰਹੇ ਨੇ, ਗੈਜਟਸ ਯੂਜ਼ ਕਰ ਰਹੇ ਆ, ਖੇਲ ਵੀ ਉੱਥੇ ਹੀ ਰਹੇ ਆ, ਉਹਨਾਂ ਦਾ ਬਾਹਰ ਆਊਟਡੋਰ ਐਕਟੀਵਿਟੀਜ਼ ਬਹੁਤ ਥੋੜੇ ਬੱਚਿਆਂ ਕੋਲ ਇੰਨੀ ਸਪੇਸ ਹੈ ਕਿ ਆਊਟਡੋਰ ਐਕਟੀਵਿਟੀਜ਼ ਕਰ ਸਕਦੇ ਆ। ਤਾਂ ਉੱਥੇ ਕੀ ਹੋ ਰਿਹਾ ਕਿ ਹੁਣ ਇੰਨਾ ਕੁ ਉਹਨਾਂ ਦੇ ਅੰਦਰ ਡਰਾਈਨੈਸ ਹੋ ਗਈ ਹੈ ਬੱਚਿਆਂ ਦੇ ਅੰਦਰ ਕਿ ਨਾਓ ਦੇ ਕੈਨ ਬੀ ਟਾਰਗੇਟਡ ਈਜ਼ੀਲੀ। ਓਕੇ, ਕਿਉਂਕਿ 1 ਸਾਲ ਮੈਂ ਜੋ ਦੱਸ ਰਹੀ ਹਾਂ ਕਿ 1 ਸਾਲ ਦੇ ਅੰਦਰ ਮੈਂ ਕਲਾਸਿਸ 5-5 ਘੰਟੇ ਅਗਰ ਬੱਚਿਆਂ ਨੇ ਆਨਲਾਈਨ ਅਟੈਂਡ ਕੀਤੀਆਂ, ਫੋਨ ਤੇ ਯੂਜ਼ ਕੀਤੇ, ਫੋਨ ਤੇ ਯੂਜ਼ ਕੀਤੀਆਂ ਜਾਂ ਗੈਜਟ ਯੂਜ਼ ਕੀਤਾ, ਕੋਈ ਵੀ ਯੂਜ਼ ਕੀਤਾ, ਤਾਂ ਉਹ ਰੇਡੀਏਸ਼ਨਸ ਨੇ ਉਹਨਾਂ ਦੇ ਬੋਡੀ ਦੇ ਅੰਦਰ ਦਾ ਮੋਇਸਚਰ ਘੱਟ ਕੀਤਾ। ਤਾਂ ਇੱਥੇ ਸਭ ਤੋਂ ਜ਼ਿਆਦਾ ਕਿਉਂਕਿ ਛੋਟੇ ਬੱਚੇ ਹੈ ਨਾ, ਬੱਚੇ ਕੋਈ ਵੀ ਹੈ, ਤਾਂ ਇੱਥੇ ਤੁਸੀਂ ਦੇਖੋ ਕਿ ਅੱਜ ਕੱਲ ਮਾਂ-ਬਾਪ ਦਾ ਕੀ ਰੋਲ ਹੁੰਦਾ ਹੈ। ਇੱਥੇ ਮਾਂ-ਬਾਪ ਕੀ ਕਰਦੇ ਆ, ਆਪਣਾ ਕੰਮ ਕਰਨ ਲਈ ਬੱਚੇ ਦੇ ਹੱਥ 'ਚ ਗੈਜਟ ਫੜਾ ਦਿੰਦੇ ਆ। ਫਿਜ਼ੀਕਲ ਐਕਟੀਵਿਟੀ ਵੀ ਬੱਚੇ ਦੀ ਪਹਿਲੇ ਨਾਲੋਂ ਬਹੁਤ ਜ਼ਿਆਦਾ ਘਟ ਗਈ। ਤੁਸੀਂ ਬਹੁਤ ਘੱਟ ਬੱਚਿਆਂ ਨੂੰ ਦੇਖੋਗੇ ਕਿ ਗਰਾਊਂਡ 'ਚ ਖੇਲ ਰਹੇ ਆ, ਤੁਸੀਂ ਬੱਚਿਆਂ ਨੂੰ ਕਹੋ ਕਿ ਵੀ ਪੌਦਿਆਂ 'ਚ ਪਾਣੀ ਪਾ ਦਿਓ। ਇੱਦਾਂ ਦੀਆਂ ਐਕਟੀਵਿਟੀਜ਼ 'ਚ ਤੁਹਾਨੂੰ ਬੱਚਿਆਂ ਨੂੰ ਇਨਵੋਲਵ ਰੱਖਣਾ ਚਾਹੀਦਾ ਤਾਂ ਕਿ ਬੱਚਿਆਂ ਦੀ ਗਰੋਥ ਹੁਣ ਜਿੰਨਾ ਤੋਂ ਉਹਨਾਂ ਦਾ ਐਕਸਪੋਜ਼ਰ ਇਹਨਾਂ ਰੇਡੀਏਸ਼ਨਸ ਨੂੰ ਹੋਏਗਾ, ਉਹਨਾਂ ਦਾ ਬ੍ਰੇਨ ਦਾ ਵਿਕਾਸ ਉਨਾ ਹੀ ਘੱਟ ਹੋਏਗਾ, ਕਿਉਂਕਿ ਹੀਟ ਤਾਂ ਹਰ ਚੀਜ਼ ਨੂੰ ਡਰਾਈ ਕਰੇਗੀ ਜੀ। ਤੁਸੀਂ ਉਹਨਾਂ ਨੂੰ ਕਿੰਨਾ ਪਾਣੀ ਪਿਲਾਈ ਜਾਓਗੇ, ਹੈ ਨਾ, ਤੁਸੀਂ ਕਿੰਨਾ ਪਾਣੀ ਪਿਲਾ ਦੋਗੇ ਨਾ ਬੱਚੇ ਨੂੰ। ਇੱਕ ਬੱਚਿਆਂ ਨੇ ਆਪਣੀ ਮਰਜ਼ੀ ਦੇ ਨਾਲ ਹੀ, ਉਹਨਾਂ ਦੀ ਉਨੀ ਉਮਰ ਹੋਈ ਨਹੀਂ ਹਲੇ ਕਿ ਉਹ ਇੰਨਾ ਸਮਝ ਸਕਣ। ਇਹ ਸਮਝਣਾ ਤਾਂ ਸਾਨੂੰ ਹੀ ਪਏਗਾ, ਪੇਰੈਂਟਸ ਨੂੰ ਸਮਝਣਾ ਪਏਗਾ, ਇਹ ਟੀਚਰਸ ਨੂੰ ਸਮਝਣਾ ਪਏਗਾ। ਤਾਂ ਇਸ ਲਈ ਕਿਉਂਕਿ 1 ਸਾਲ ਤੋਂ ਉਹ ਪ੍ਰੀਪੇਅਰ ਹੋ ਗਏ ਬੱਚੇ ਤੁਹਾਡਾ ਇਸ ਕਰੋਨਾ ਦੀ ਵੇਵ ਨੂੰ, ਉਹਦੇ ਲਈ ਦੇ ਆਰ ਦਾ ਕੋਰਡੀਅਲ ਐਨਵਾਇਰਨਮੈਂਟ, ਕਿਉਂਕਿ ਉਸ ਨੂੰ ਜ਼ਿਆਦਾ ਇਫੈਕਟ ਕਰੇਗੀ। ਲਾਈਕ ਜਦੋਂ ਤੋਂ ਕਰੋਨਾ ਸ਼ੁਰੂ ਹੋਇਆ ਉਸ ਤੋਂ ਬਾਅਦ ਐਕਟੀਵਿਟੀਜ਼ ਬੱਚਿਆਂ ਦੀਆਂ ਐਵੇਂ ਦੀਆਂ ਹੋ ਗਈਆਂ ਕਿ ਹੁਣ ਇੰਡੋਰ ਹੈ, ਕਿ ਹੁਣ ਉਹ ਇਫੈਕਟ ਹੋਣਗੇ ਤੀਸਰੀ ਵੇਵ ਦੇ ਵਿੱਚ। ਕਿਉਂਕਿ ਅੰਦਰ ਰਹਿ ਕੇ ਉਹਨਾਂ ਦੀ ਇਮਿਊਨਿਟੀ ਵੀ ਘਟ ਜਾਂਦੀ ਹੈ। ਜਿੰਨਾ ਮੈਂ ਬਾਹਰ ਜਾਊਂਗਾ, ਜਿੰਨਾ ਮੈਂ ਖੇਲੂਗਾ ਕੂਦੂਗਾ, ਮੇਰੀ ਉਨੀ ਐਕਟੀਵਿਟੀਜ਼ ਜ਼ਿਆਦਾ ਹੋਣਗੀਆਂ। ਘਰ 'ਚ ਰਹਿ ਕੇ ਇੱਕ ਬੱਚਾ ਕਿੰਨਾ ਖੇਲ ਸਕਦਾ? ਇੱਕ ਤਾਂ ਫਰਸਟ੍ਰੇਸ਼ਨ ਲੈਵਲ ਬੱਚਿਆਂ ਦਾ, ਉਹਨਾਂ ਦੀ એનર્ਜੀ ਯੂਜ਼ ਨਹੀਂ ਹੋ ਰਹੀ, ਤਾਂ ਉਹ ਇਸ ਲਈ ਸੌਫਟ ਟਾਰਗੇਟ ਹੁਣ ਬਣ ਰਹੇ ਆ ਬੱਚੇ। ਸੋ ਹੁਣ ਇੱਥੇ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਵੇਂ ਬਚਿਆ ਜਾ ਸਕਦਾ ਹੈ। ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ, ਬ੍ਰੇਕ ਤੋਂ ਪਹਿਲਾਂ ਦੱਸਿਆ ਕਿ ਰੇਡੀਏਸ਼ਨਸ ਕਿਵੇਂ ਸਾਡੀ ਬੋਡੀ ਨੂੰ ਇਫੈਕਟ ਕਰਨਗੇ। ਇੱਕ ਤਾਂ ਉਹਨਾਂ ਰੇਡੀਏਸ਼ਨਸ ਤੋਂ ਅਸੀਂ ਕਿਵੇਂ ਆਪਣੇ ਆਪ ਨੂੰ ਬਚਾ ਸਕਦੇ ਹਾਂ। ਦੂਸਰੀ ਮੇਨ ਇਹ ਹੈ ਕਿ ਪੇਰੈਂਟਸ ਜ਼ਰੂਰ ਇਹ ਜਾਣਨਾ ਚਾਹਣਗੇ ਕਿ ਹੁਣ ਜੇ ਥਰਡ ਵੇਵ ਦਾ ਹੁਣ ਸਭ ਨੂੰ ਡਰ ਹੈ ਕਿ ਬੱਚੇ ਉਸ ਨੂੰ ਇਫੈਕਟ, ਬੱਚਿਆਂ ਉੱਤੇ ਬਹੁਤ ਜ਼ਿਆਦਾ ਇਫੈਕਟ ਹੋਏਗਾ, ਤੇ ਕਿਵੇਂ ਬੱਚਿਆਂ ਨੂੰ ਉਸ ਤੋਂ ਬਚਾਇਆ ਜਾ ਸਕਦਾ ਹੈ। ਬਿਲਕੁਲ, ਮੈਂ ਇਸੀ ਚੀਜ਼ ਤੇ ਮੈਂ ਫੋਕਸ ਕਰ ਰਹੀ ਹਾਂ। ਆਈ ਹੈਵ ਬੀਨ ਰੀਡਿੰਗ ਬਲੌਗਸ ਔਨ ਦੈਟ ਕਿ ਬੱਚਿਆਂ ਨੂੰ ਤੁਸੀਂ ਕਿਸ ਤਰ੍ਹਾਂ ਬਚਾਓ। ਸਭ ਤੋਂ ਪਹਿਲੇ ਤਾਂ ਤੁਸੀਂ ਬੱਚਿਆਂ ਦੇ ਨਾਭੀ ਔਰ ਮੱਥੇ ਤੇ ਆਇਲ ਜ਼ਰੂਰ ਲਗਾਉਣਾ ਚਾਹੀਦਾ। ਜਿੰਨੀ ਵੀ ਓਪਨਿੰਗਸ ਹੈ, ਮੇਰੀਆਂ ਕੰਨ ਹੈ ਜਾਂ ਕੁਝ ਵੀ ਹੈ, ਜਸਟ ਅਪਲਾਈ ਜੋ ਵੀ ਆਇਲ ਤੁਹਾਡੇ ਕੋਲ ਹੈਗਾ, ਉਹਨਾਂ ਦੀ ਨਾਭੀ ਤੇ ਜ਼ਰੂਰ ਆਇਲ ਅਪਲਾਈ ਕਰਨਾ, ਸੋ ਦੈਟ ਮੇਰੇ ਐਟਲੀਸਟ ਮੇਰੀ ਬੋਡੀ ਡੀਹਾਈਡਰੇਟ, ਕਿਉਂਕਿ ਇਹ ਮੇਰੀ ਓਪਨਿੰਗਸ ਹੈ, ਮੇਰੀ ਓਪਨਿੰਗਸ ਹੈ ਜਿੱਥੋਂ ਮੇਰਾ ਮੋਇਸਚਰ ਨਿਕਲਦਾ ਹੈ ਨਾ। ਤਾਂ ਅਸੀਂ ਇਹਨੂੰ ਡੇਲੀ ਮੋਇਸਚਰਾਈਜ਼ ਕਰਨਾ ਹੈ। ਬੱਚਿਆਂ ਨੂੰ 10 ਬੂੰਦਾਂ ਬਦਾਮ ਰੋਗਨ ਦੀਆਂ ਜ਼ਰੂਰ ਦੇਣ। ਬੱਚਿਆਂ ਦੇ ਲਈ ਸਭ ਤੋਂ ਅੱਛਾ ਜੋ ਨਿਊਟ੍ਰੀਸ਼ਨ ਹੈ ਉਹ ਸੂਜੀ ਦਾ ਹਲਵਾ ਹੈ। ਤਾਂ ਇੱਕ ਵਾਰ ਤਾਂ ਤੁਸੀਂ ਜ਼ਰੂਰ ਉਹਨੂੰ ਦਲੀਆ ਬਣਾ ਕੇ ਦੇ ਦਿਓ, ਦੇਸੀ ਘੀ 'ਚ ਭੁੰਨ ਕੇ ਦਲੀਆ ਬਣਾ ਕੇ ਦੇ ਦਿਓ, ਜਾਂ ਫਿਰ ਉਹਨਾਂ ਨੂੰ ਸੂਜੀ ਦਾ ਹਲਵਾ ਤੁਸੀਂ ਡੇਲੀ ਦਿਓ। ਜੋ ਅਸੀਂ ਵੀ ਬਚਪਨ 'ਚ ਲੈਂਦੇ ਸੀ, ਖਾਂਸੀ ਜ਼ੁਕਾਮ ਹੁੰਦਾ ਸੀ, ਮੰਮੀ ਹੁਣੇ ਕਿੱਦਾਂ ਦਵਾਈ ਦਿੰਦੇ ਸੀ, ਦੇਸੀ ਘੀ ਦਾ ਸੂਜੀ ਦਾ ਹਲਵਾ ਬਣਾ ਕੇ ਦੇ ਦਿੰਦੇ, ਉਹਨੂੰ ਸੀਰਾ ਕਹਿੰਦੇ ਆ ਅਸੀਂ ਪੰਜਾਬੀ 'ਚ। ਸੀਰਾ ਹੈ, ਉਹਦੇ 'ਚ 2-3 ਕਾਲੀ ਮਿਰਚ ਪੀਸ ਕੇ ਪਾ ਦਿਓ ਤਾਂ ਕਿ ਮੇਰੀ ਡਾਈਜੈਸ਼ਨ ਠੀਕ ਰਹੇ। 4-5 ਕਿਸ਼ਮਿਸ਼ ਪਾ ਦਿਓ, 2-3 ਬਦਾਮ ਉਹਦੇ 'ਚ ਪੀਸ ਕੇ ਪਾ ਦਿਓ। ਬੱਚਿਆਂ ਨੂੰ 10 ਬੂੰਦਾਂ ਬਦਾਮ ਰੋਗਨ ਦੀਆਂ ਡੇਲੀ ਦੁੱਧ 'ਚ ਔਰ ਹਲਦੀ ਵਾਲੇ ਦੁੱਧ 'ਚ ਮਿਲਾ ਕੇ ਜ਼ਰੂਰ ਦਿਓ। ਔਰ ਜਿੱਥੇ ਉਹ ਬੈਠ ਕੇ, ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਜਿੱਥੇ ਉਹ ਬੈਠ ਕੇ ਆਪਣੇ ਕੰਪਿਊਟਰ ਦੇ ਕਲਾਸਿਸ ਵਗੈਰਾ ਅਟੈਂਡ ਕਰਦੇ ਆ, ਉੱਥੇ ਤੁਸੀਂ ਇੱਕ ਪੂਰਾ ਪੋਟ ਭਰ ਕੇ ਪਾਣੀ ਦਾ ਜ਼ਰੂਰ ਰੱਖੋ ਜੀ, ਤਾਂ ਕਿ ਮੇਰੇ ਆਸ-ਪਾਸ ਮੋਇਸਚਰ ਡਿਪਲੀਟ ਨਹੀਂ ਹੋਣਾ ਚਾਹੀਦਾ। ਉਹ ਉੱਥੇ ਪਾਣੀ ਰੱਖੋ। ਤੁਸੀਂ ਇਹ ਦੇਖੋਗੇ ਕਿ ਜਦੋਂ ਆਪਾਂ AC ਚਲਾਉਂਦੇ ਹਾਂ, ਹੈ ਨਾ, ਹੀਟਰ ਚਲਾਉਂਦੇ ਹਾਂ, ਉਦੋਂ ਆਪਾਂ ਪਾਣੀ ਜ਼ਰੂਰ ਰੱਖਦੇ ਹਾਂ ਤਾਂ ਕਿ ਮੇਰੀ ਬੋਡੀ ਦਾ ਮੋਇਸਚਰ ਨਾ ਜਾਵੇ। ਤਾਂ ਉਹੀ ਚੀਜ਼ ਇੱਥੇ ਵੀ ਜ਼ਰੂਰ ਕਰਨੀ ਹੈ ਕਿ ਅਸੀਂ ਪਾਣੀ ਜ਼ਰੂਰ ਰੱਖਣਾ ਤਾਂ ਕਿ ਜਿਹੜੀਆਂ ਰੇਡੀਏਸ਼ਨਸ ਹੀਟ ਪ੍ਰੋਡਿਊਸ ਕਰਦੀਆਂ, ਇਫੈਕਟ ਘੱਟ ਕਰਨ, ਉਹਨਾਂ ਦਾ ਇਫੈਕਟ ਨਲੀਫਾਈ ਹੋ ਜਾਏ। ਔਰ ਬੱਚਿਆਂ ਨੂੰ ਪਲਾਂਟੇਸ਼ਨ 'ਚ ਜ਼ਰੂਰ ਇਨਵੋਲਵ ਕਰਨਾ, ਅਰਥ ਐਲੀਮੈਂਟ ਦੇ ਨਾਲ ਜ਼ਰੂਰ ਜੋੜਨ। ਅਰਥ ਐਲੀਮੈਂਟ ਦੇ ਨਾਲ ਕਿਸ ਤਰ੍ਹਾਂ ਜਾਗਾ, ਉਹਨਾਂ ਨੂੰ ਗਾਰਡਨਿੰਗ ਲਗਾਉਣ, ਉਹਨਾਂ ਨੂੰ ਕਹਿਣਾ ਛੋਟੇ ਜਿਹੇ ਉਹਨਾਂ ਨੂੰ ਪੋਟਸ ਲਿਆ ਕੇ ਦੇਣਾ ਵੀ ਇਹਦੇ 'ਚ ਤੁਸੀਂ ਹੀ ਪਲਾਂਟਸ ਲਗਾਉਣੇ ਆ, ਇਹਨਾਂ ਨੂੰ ਤੁਸੀਂ ਕੇਅਰ ਕਰਨੀ ਆ, ਤੁਸੀਂ ਇਹਨਾਂ ਦੀ ਕੇਅਰ ਕਰਨੀ ਆ, ਤੁਸੀਂ ਪਾਣੀ ਵੀ ਇਹਨਾਂ ਨੂੰ ਤੁਸੀਂ ਉਹ ਦੇਣਾ, ਇਹਨਾਂ ਨੂੰ ਗਰੋ ਹੁੰਦੇ ਦੇਖਣਾ। ਫਿਰ ਇਹਦੇ 'ਚੋਂ ਮਤਲਬ ਅਸੀਂ ਉਹਨਾਂ ਦੀ એનર્ਜੀ ਨੂੰ ਥੋੜ੍ਹਾ ਜਿਹਾ ਪੋਜ਼ਿਟਿਵ ਸਾਈਡ ਤੇ। ਅਰਥ ਐਲੀਮੈਂਟ ਕਿਉਂ ਮੈਂ ਬਾਰ-ਬਾਰ ਬੋਲਦੀ ਹਾਂ, ਕਿਉਂਕਿ ਅਰਥ ਐਲੀਮੈਂਟ ਹੈ ਜੋ ਮੈਨੂੰ ਤੁਹਾਡੇ ਨਾਲ ਜੋੜ ਕੇ ਰੱਖਦਾ। ਅਰਥ ਐਂਡ ਵਾਟਰ ਐਲੀਮੈਂਟ ਹੈ ਜੋ ਸਨੇਹ ਲਈ ਕੰਮ ਕਰਦੇ ਆ ਜੀ, ਜੋ ਸਨੇਹ ਮੇਰੀ ਬੋਡੀ 'ਚ ਮੋਇਸਚਰ ਜਿਹੜੀ ਹੈ ਉਹਨੂੰ ਜੋੜਨ ਦਾ ਕੰਮ ਕਰਦਾ ਹੈ। ਸੋ ਇਸ ਲਈ ਬੱਚਿਆਂ ਨੂੰ ਵੀ, ਔਰ ਬੱਚਿਆਂ ਨੂੰ ਹੱਗ ਕਰੋ।
ਪੇਰੈਂਟਸ ਮੈਂ ਦੇਖਦੀ ਹਾਂ ਖੁਦ ਹੀ ਚਿੜੇ ਰਹਿੰਦੇ ਹੈ ਨਾ, ਬੱਚੇ ਕੋਈ ਨੇੜੇ ਆਂਦਾ ਤਾਂ ਉਹਨੂੰ ਧੱਕਾ ਮਾਰ ਪੇਰੈਂਟਸ ਆਪਣੇ ਅਲੱਗ ਫੋਨ ਤੇ ਲੱਗੇ ਹੋਏ ਆ, ਉਹ ਅਲੱਗ ਬੱਚੇ ਫੋਨ ਆਪਣੇ ਤੇ ਅਲੱਗ ਰੱਖੇ ਆ, ਫੋਨ ਤੇ ਲੱਗੇ ਬੱਚੇ ਹੋਏ ਆ। ਅਲੱਗ ਫੋਨ ਤੇ ਰੱਖੇ ਆ। ਬੱਚਿਆਂ ਦੇ ਲਈ ਜ਼ਰੂਰ ਟਾਈਮ ਲੱਗੇਗਾ। ਇਫ ਯੂ ਆਰ ਰੀਅਲੀ ਵਰੀਡ ਅਬਾਊਟ ਯੂਰ ਚਿਲਡਰਨ, ਤਾਂ ਬੱਚਿਆਂ ਦੇ ਲਈ ਜ਼ਰੂਰ 1 ਘੰਟਾ ਸਪੈਂਡ ਕਰੋ। ਉਹ ਜਿਸ ਤਰ੍ਹਾਂ ਦੀ ਵੀ ਗੇਮ ਤੁਹਾਡੇ ਨਾਲ ਖੇਲਣੀ ਚਾਹੁੰਦੇ ਆ, ਤੁਸੀਂ ਉਹਨਾਂ ਦੇ ਨਾਲ ਜ਼ਰੂਰ ਗੇਮ ਖੇਲੋ, ਬੱਚਿਆਂ ਦੇ ਨਾਲ ਇਨਵੋਲਵ ਹੋ, ਹੱਗ ਦੈਮ। ਉਹਨਾਂ ਨੂੰ ਇਸ ਟਾਈਮ ਜੋ ਜ਼ਰੂਰਤ ਹੈ, ਉਹਨਾਂ ਨੂੰ ਤੁਹਾਡੇ ਪੈਸੇ ਦੀ ਜਾਂ ਗੈਜਟਸ ਦੀ ਜ਼ਰੂਰਤ ਨਹੀਂ ਆ, ਉਹਨਾਂ ਨੂੰ ਇੱਕ ਤੁਹਾਡੀ ਕੇਅਰ ਦੀ ਔਰ ਤੁਹਾਨੂੰ ਇਸ ਚੀਜ਼ ਦੀ ਜ਼ਰੂਰਤ ਹੈ, ਯੈਸ ਆਈ ਐਮ ਇੰਪੋਰਟੈਂਟ ਫॉर ਯੂ। ਜੀ, ਜਿੰਨਾ ਤੁਸੀਂ ਉਹਨਾਂ ਨੂੰ ਅਟੈਚਡ ਰੱਖੋਗੇ, ਤੁਹਾਡੇ ਬੱਚੇ ਉਨੇ ਹੈਲਦੀ ਹੋਣਗੇ। ਜੀ ਮੈਮ, ਅਖੀਰ ਵਿੱਚ ਇੱਕ ਇਹ ਚੀਜ਼ ਜ਼ਰੂਰ ਦੱਸੋ ਕਿ ਜਿਵੇਂ ਤੁਸੀਂ ਕਿ ਰੇਡੀਏਸ਼ਨਸ ਕਿਵੇਂ ਇਫੈਕਟ ਕਰਦੀਆਂ। ਘਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਵੇਂ ਦੀਆਂ ਆ, ਜੇ ਅਸੀਂ ਫੋਨ ਯੂਜ਼ ਨਾ ਕਰੀਏ, ਲੈਪਟਾਪ ਯੂਜ਼ ਨਾ ਕਰੀਏ, ਜੇ ਅਸੀਂ ਟੀਵੀ ਨੂੰ ਥੋੜਾ ਅਵੋਇਡ ਕਰ ਲਈਏ, ਉਸ ਦੇ ਬਾਵਜੂਦ ਵੀ ਹਰ ਚੀਜ਼ ਦੀ ਜਿਹੜੀ ਰੇਡੀਏਸ਼ਨ ਆ ਉਹ ਹਿਊਮਨ ਬੋਡੀ ਨੂੰ ਇਫੈਕਟ ਕਰਦੀ ਹੈ। ਸੋ ਅਖੀਰ ਵਿੱਚ ਜਾਂਦੇ ਇਹ ਜ਼ਰੂਰ ਦੱਸੋ ਕਿ ਕਿਸ ਤਰੀਕੇ ਨਾਲ ਆਪਣੇ ਆਪ ਦਾ ਧਿਆਨ ਰੱਖਿਆ ਜਾ ਸਕਦਾ ਹੈ ਕਿ ਇਹਨਾਂ ਚੀਜ਼ਾਂ ਦੇ ਇਫੈਕਟ ਨੂੰ ਅਸੀਂ ਘਟਾ ਸਕੀਏ। ਹਾਂ, ਉਹਦੇ ਲਈ ਮੈਂ ਜੋ ਦੱਸਿਆ ਕਿ ਆਪਣੀਆਂ ਓਪਨਿੰਗਸ ਤੇ ਆਇਲ ਜ਼ਰੂਰ ਲਗਾਉਣਾ। ਜੀ, ਯੂ ਵਿਲ ਬੀ ਸਰਪ੍ਰਾਈਜ਼ਡ। ਦਿਸ ਇਜ਼ ਮਾਈ ਬੁੱਕ ਜੋ ਮੇਰੇ ਖਿਆਲ 2016 ਚ ਮੈਂ ਕੰਬਾਈਨ ਕਰਕੇ ਆਪਣੇ ਪੇਸ਼ੈਂਟਸ ਦੀ ਰਿਸਰਚ ਦੇ ਨਾਲ ਲਿਖੀ ਸੀ, ਔਰ ਇਹਦੇ ਚ ਮੈਂ ਸਾਰੀਆਂ ਚੀਜ਼ਾਂ ਦੱਸੀਆਂ ਹੈ। ਇੱਕ ਤੁਸੀਂ ਬ੍ਰੇਨ ਟੌਨਿਕ ਜ਼ਰੂਰ ਕੁਛ ਨਾ ਕੁਛ ਆਪਣਾ ਲੈਣਾ ਹੈ। ਉਹਦੇ ਚ ਤੁਸੀਂ ਬੜਾ ਅੱਛਾ ਜਿਹਾ ਮੈਂ ਮਿਕਸਚਰ ਇੱਕ ਆਪਣੀ ਮੇਰੀ ਸਾਈਟ ਤੇ ਵੀ ਪਾਇਆ ਹੋਇਆ ਕਿ ਬਦਾਮ, ਕਿਸ਼ਮਿਸ਼, ਔਰ ਉਹਦੇ ਚ ਖਸਖਸ, ਜੀ, ਛੋਟੀ ਇਲਾਇਚੀ, ਸੌਂਫ, ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ 1 ਚਮਚ ਡੇਲੀ ਲੈਂਦੇ ਰਹਿੰਦੇ ਹੋ, ਤਾਂ ਤੁਹਾਡੀ ਬਾਡੀ ਦਾ ਜੋ ਮੇਰੀ ਨਿਊਟ੍ਰੀਸ਼ਨ ਹੈ ਜਿਹੜੀ ਉਹ ਮੈਨੂੰ ਸਫੀਸ਼ੀਐਂਟ ਮਿਲਦੀ ਰਹੇਗੀ। ਪਾਣੀ ਜ਼ਰੂਰ ਬਾਉਲ ਭਰ ਕੇ ਆਪਣੇ ਘਰ ਦੇ ਸੈਂਟਰ 'ਚ ਰੱਖੋ। 4-5 ਪਲਾਂਟਸ ਜ਼ਰੂਰ ਹੋਣੇ ਚਾਹੀਦੇ ਆ ਤੁਹਾਡੇ ਘਰ ਦੇ ਅੰਦਰ, ਔਰ ਉਹਨਾਂ ਨੂੰ ਚੇਂਜ ਕਰਦੇ ਰਹੋ। ਔਰ ਘਰ 'ਚ ਨਾ ਸਿੰਪਲ ਨਮਕ ਦਾ ਪੋਚਾ ਜ਼ਰੂਰ ਲਗਾਓ, ਕਿਉਂਕਿ ਉਹ ਸਾਰਾ ਰੇਡੀਏਸ਼ਨਸ ਨੂੰ ਕਲੀਨ ਕਰ ਦਿੰਦਾ। ਤਾਂ ਇੰਨੀਆਂ ਕਿ ਜਿੰਨੀਆਂ ਇਹ ਅਗਰ ਇੰਨੀਆਂ ਵੀ ਕੋਈ ਫੋਲੋ ਕਰ ਲੈਂਦਾ, ਪਾਣੀ ਮੈਨੂੰ ਖੂਬ ਪੀਣਾ ਚਾਹੀਦਾ। ਔਰ ਅੱਛਾ, ਸਭ ਤੋਂ ਜ਼ਿਆਦਾ ਹੈ ਕਿ ਜ਼ਰੂਰਤ ਲੋਕ ਦਿਨ ਭਰ ਪਾਣੀ ਪੀਂਦੇ ਆ, ਰਾਤ ਨੂੰ ਨਹੀਂ ਪੀਂਦੇ, ਜਦ ਕਿ ਮੇਰੇ ਜਿਹੜਾ ਮੈਟਾਬੋਲਿਜ਼ਮ ਦਾ ਸਿਸਟਮ ਜਿਹੜਾ ਚੱਲਦਾ ਹੈ ਉਹ ਰਾਤ ਨੂੰ ਹੈ। ਐਬਜ਼ੌਰਪਸ਼ਨ ਜਿਹੜੀ ਹੈ ਰਾਤ ਨੂੰ ਹੁੰਦੀ ਹੈ। ਤੁਸੀਂ ਦੇਖੋਗੇ ਪਲਾਂਟਸ ਰਾਤ ਨੂੰ ਐਬਜ਼ੌਰਬ ਨਹੀਂ ਕਰਦੇ, ਉਹ ਦਿਨ 'ਚ ਐਬਜ਼ੌਰਬ ਕਰਦੇ ਆ। ਔਰ ਮੇਰੀ ਬੋਡੀ ਰਾਤ ਨੂੰ ਐਬਜ਼ੌਰਬ ਕਰਦੀ ਹੈ, ਦਿਨ 'ਚ ਮੈਂ ਜਿੰਨਾ ਪਾਣੀ ਪੀਂਦੀ ਹਾਂ, ਮੇਰੇ ਫਲੈਂਕਸ ਮਤਲਬ ਇੱਧਰ ਉੱਧਰ ਡਿਸਟਰੀਬਿਊਟ ਹੁੰਦਾ ਰਹਿੰਦਾ। ਤਾਂ ਰਾਤ ਨੂੰ ਸੌਣ ਲੱਗੇ 2 ਗਲਾਸ ਪਾਣੀ ਜ਼ਰੂਰ ਪੀਣੇ ਚਾਹੀਦੇ ਆ, ਬ੍ਰਾਹਮੀ ਪਾ ਕੇ, ਪੁਦੀਨਾ। ਅੱਜ ਕੱਲ੍ਹ ਇੰਨੀਆਂ ਚੀਜ਼ਾਂ ਹੈ ਨਾ, ਲੋਕਾਂ ਨੂੰ ਕਾਫੀ ਅਵੇਅਰਨੈਸ ਹੋ ਗਈ ਹੁਣ ਤਾਂ ਕਿ ਉਹਦੇ 'ਚ ਤੁਲਸੀ ਸਭ ਤੋਂ ਅੱਛੀ ਰੇਡੀਏਸ਼ਨਸ ਦੇ ਉੱਪਰ ਕੰਮ ਕਰਦੀ ਆ। ਔਰ ਇਹਨਾਂ ਹੀ ਸਾਰੀਆਂ ਚੀਜ਼ਾਂ ਨੂੰ ਜੁਆਇਨ ਕਰਕੇ, ਮਤਲਬ ਇੱਦਾਂ ਹੁੰਦਾ ਕਿ ਅਗਰ ਅਸੀਂ ਕੁਝ ਕੰਮ ਕਰ ਰਹੇ ਹਾਂ ਤਾਂ ਸਾਨੂੰ ਉਹਦਾ ਵੇ ਆਊਟ ਵੀ ਜ਼ਰੂਰ ਦੇਣਾ ਚਾਹੀਦਾ। ਤਾਂ ਇਹ ਜਿੰਨੀਆਂ ਸਾਰੀਆਂ ਚੀਜ਼ਾਂ ਰੇਡੀਏਸ਼ਨਸ 'ਤੇ ਕੰਮ ਕਰਦੀਆਂ, ਉਹਨਾਂ ਦੇ ਆਇਲਸ ਮਿਲਾ ਕੇ ਆਈ ਹੈਵ ਮੇਡ ਦਿਸ ਪਾਇਸ ਆਇਲ, ਆਈ ਹੈਵ ਨੇਮਡ ਇਟ ਪਾਇਸ ਆਇਲ, ਕਿਉਂਕਿ ਇਹ ਸਿੰਪਲ ਤੁਸੀਂ ਲਗਾ ਲੋਗੇ ਤਾਂ ਇਹਦੀ ਜੋ ਅਰੋਮਾ ਥੈਰੇਪੀ ਦੇ ਨਾਲ ਕੰਮ ਕਰਦਾ ਇਹ, ਔਰ ਮੇਰੇ ਜਿੰਨੇ ਬ੍ਰੇਨ ਦੇ ਮਸਲਸ ਹੈ ਐਟਲੀਸਟ ਉਹਨਾਂ ਨੂੰ ਰਿਲੈਕਸ ਰੱਖਦਾ, ਸੋ ਦੈਟ ਫਰਾਊਨਿੰਗ ਨਹੀਂ ਹੋਣੀ ਚਾਹੀਦੀ। ਫਰਾਊਨਿੰਗ ਜਦੋਂ ਹੁੰਦੀ ਹੈ, ਮੇਰੀਆਂ ਮਸਲਸ ਸ਼ਰਿੰਕ ਹੋਣੀਆਂ ਸ਼ੁਰੂ ਹੋ ਜਾਂਦੀਆਂ। ਸੋ ਜਿੰਨਾ ਤੁਸੀਂ ਰਿਲੈਕਸ ਰਹੋਗੇ, ਪਾਣੀ ਪੀਂਦੇ ਰਹੋਗੇ, ਮੈਂ ਸੋਚੋ ਕਿ ਛੋਟੀ ਜਿਹੀ ਐਗਜ਼ਾਮਪਲ ਹੋਰ ਮੈਂ ਦੇਣਾ ਚਾਹਾਂਗੀ। ਜਿਵੇਂ ਅਸੀਂ ਕਹਿੰਦੇ ਆ ਨਾ ਕਿ ਵੀ ਸੁੱਕੇ ਚਨੇ ਅਸੀਂ ਬਣਾਉਣ ਤੋਂ ਪਹਿਲੇ ਭਿਗਾਉਂਦੇ ਆ ਨਾ, ਅਸੀਂ ਉਹਨੂੰ ਪਾਣੀ 'ਚ ਰੱਖਦੇ ਹਾਂ ਔਰ ਉਹ ਫੁੱਲ ਜਾਂਦੇ ਆ। ਅਸੀਂ ਉਹਨਾਂ ਨੂੰ ਗ੍ਰੀਨ ਨਹੀਂ ਕਰ ਸਕਦੇ ਇੱਥੇ, ਹੈ ਨਾ, ਅਸੀਂ ਉਹਨਾਂ ਨੂੰ ਵਾਪਸ ਉੱਥੇ ਫਰੈਸ਼ ਸਟੇਜ 'ਤੇ ਨਹੀਂ ਲਿਜਾ ਸਕਦੇ, ਬਟ ਅਸੀਂ ਉਹਨਾਂ ਨੂੰ ਉੱਦਾਂ ਦਾ ਰਿਟੇਨ ਕਰ ਸਕਦੇ ਹਾਂ। ਸੋ ਦੈਟ ਇਜ਼ ਦਾ ਓਨਲੀ ਥਿੰਗ, ਮਤਲਬ ਇੱਕ ਟਿਪ ਜਿਹੜੀ ਜਿਹਨੂੰ ਲੋਕ ਸਮਝ ਲੈਣ ਕਿ ਮੈਂ ਉਹਨੂੰ ਕਿੱਦਾਂ ਰਿਟੇਨ ਕਰਨਾ। ਵੀ ਚਨੇ ਹੈ ਔਰ ਸੁੱਕੇ ਚਨੇ ਹੈ, ਉਹਨਾਂ ਨੂੰ ਪਾਣੀ 'ਚ ਪਾ ਕੇ ਰਿਟੇਨ ਕਰਕੇ ਰੱਖਣਾ ਮੈਂ ਉਹਨਾਂ ਦੀ ਹੈਲਥ ਨੂੰ, ਦੈਟ ਇਜ਼ ਇਟ। ਜੀ ਮੈਮ, ਥੈਂਕ ਯੂ ਸੋ ਮਚ, ਤੁਸੀਂ ਬਹੁਤ ਜ਼ਿਆਦਾ ਵੈਲਿਊਏਬਲ ਇਨਫੋਰਮੇਸ਼ਨ ਜਿਹੜੀ ਆ ਉਹ ਸਾਂਝੀ ਕੀਤੀ ਹੈ। ਸੋ ਤੁਸੀਂ ਅੱਜ ਦੇਖਿਆ ਕਿ ਕਿਸ ਤਰੀਕੇ ਨਾਲ ਰੇਡੀਏਸ਼ਨ ਹਿਊਮਨ ਬੋਡੀ ਨੂੰ ਕਿਸ ਹੱਦ ਤੱਕ ਇਫੈਕਟ ਕਰਦੀ ਆ ਤੇ ਕਿਵੇਂ ਉਸ ਤੋਂ ਬਚਿਆ ਜਾ ਸਕਦਾ ਹੈ। ਸੋ ਹਰ ਹਫ਼ਤੇ ਅਸੀਂ ਤੁਹਾਡੇ ਲਈ ਅਜਿਹੀਆਂ ਕੁਝ ਬਹੁਤ ਜਿਸ ਨਾਲ ਤੁਸੀਂ ਆਪਣਾ ਆਪ ਦਾ ਧਿਆਨ ਰੱਖ ਸਕਦੇ ਹੋ, ਅਜਿਹੀ ਇਨਫੋਰਮੇਸ਼ਨ ਲੈ ਕੇ ਆਉਂਦੇ ਰਹਾਂਗੇ। ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।